हाँ जी बेटा, ਅੱਜ ਦੇ ਲੈਕਚਰ ਵਿੱਚ ਆਪਾਂ ਸਭ ਤੋਂ ਪਹਿਲਾਂ ਫਸਟ ਕੁਐਸਚਨ ਸੋਲਵ ਕਰਨਾ ਹੈ। ਇੰਪੋਰਟੈਂਟ ਕੁਐਸਚਨ ਹੈ, ਵਾਈ ਕਾਰਬੋਕਸਿਲਿਕ ਐਸਿਡਸ ਆਰ ਸਟਰੋਂਗਰ ਐਸਿਡਸ ਦੈਨ ਫਿਨੋਲਸ। ਫਿਨੋਲਸ ਦੇ ਨਾਲੋਂ ਕਾਰਬੋਕਸਿਲਿਕ ਐਸਿਡ ਦੀ ਐਸਿਡਿਕ ਸਟਰੈਂਥ ਜ਼ਿਆਦਾ ਕਿਉਂ ਹੁੰਦੀ ਹੈ? ਠੀਕ ਹੈ, ਸੋ ਇਹ ਦੇਖੋ ਜਿਹੜੇ ਕਾਰਬੋਕਸਿਲਿਕ ਐਸਿਡ ਨੇ ਹਨਾ, ਉਹ ਡਿਸੋਸੀਏਟ ਕਿਸ ਤਰ੍ਹਾਂ ਹੁੰਦੇ ਨੇ? RCO OH give rise to RCOO negative H positive। ठीक है, सो ये कार्बोक्सीलेट आयन बन गया। ਜਿਹੜਾ ਫਿਨੋਲ ਚੋਂ ਨਿਕਲਦਾ ਹੁੰਦਾ ਉਹਨੂੰ ਪਤਾ ਹੈ ਆਪਾਂ ਨੂੰ ਫਿਨੋਕਸਾਈਡ ਆਇਨ ਜਾਂ ਫਿਨੇਟ ਆਇਨ ਕਹਿੰਦੇ ਨੇ। ਹੁਣ ਇਹ ਜਿਹੜਾ ਕਾਰਬੋਕਸੀਲੇਟ ਆਇਨ ਹੈ ਜੀ, ਇਹ ਰੈਜ਼ੋਨੈਂਸ ਸਟੇਬਲਾਈਜ਼ਡ ਹੁੰਦਾ ਹੈ। ਠੀਕ ਹੈ, ਇਹ ਰੈਜ਼ੋਨੈਂਸ ਸਟੇਬਲਾਈਜ਼ਡ ਹੈ, ਇਹ ਆਪਾਂ ਪਹਿਲਾਂ ਵੀ ਦੱਸਿਆ ਹੋਇਆ। ਸੋ ਇਨ ਰੈਜ਼ੋਨੈਂਸ ਇਹ 'ਚ ਰੈਜ਼ੋਨੈਂਸ ਹੁੰਦੀ ਹੈ। ठीक है, सो यहाँ पर रेजोनेंस शो करती बेटा। ठीक है, सो ये रेजोनेंस है इस दे विच। हुण तुसीं कहोगे सर जिहड़ी फिनोल हुंदी है, ये फिनोल है। ठीक है, फिनोल जो फिनोल है जी, फिनोल इस तरह डिसोसीएट हुंदी है। फिनोक्साइड आयन, ठीक है, फिनोक्साइड आयन या फिनेट आयन प्लस H पॉजिटिव। ਹੁਣ ਤੁਸੀਂ ਕਹੋਗੇ ਵੀ ਜਿਹੜਾ ਫਿਨੋਕਸਾਈਡ ਹੈ ਨਾ, ਆਪਾਂ ਟਰਮ 1 'ਚ ਪੜ੍ਹਿਆ, ਵਾਈ ਫਿਨੋਲਸ ਆਰ ਮੋਰ ਐਸਿਡਿਕ ਦੈਨ ਐਲਕੋਹਲਸ ਦੇ ਵਿੱਚ ਪੜ੍ਹਿਆ। ਜਿਹੜਾ ਫਿਨੋਕਸਾਈਡ ਹੁੰਦਾ ਨਾ ਜੀ, ਇਹ ਵੀ ਰੈਜ਼ੋਨੈਂਸ ਸਟੇਬਲਾਈਜ਼ਡ ਹੁੰਦਾ ਹੈ। ਠੀਕ ਹੈ, ਇਹਦੇ ਵਿੱਚ ਵੀ ਰੈਜ਼ੋਨੈਂਸ ਸਟੇਬਲਾਈਜੇਸ਼ਨ ਹੈ, ਔਰ ਇਹ ਤੁਹਾਨੂੰ ਆਉਂਦੀ ਵੀ ਹੈ ਜੀ, ਆਪਾਂ ਸਾਰੀ ਕੀਤੀ ਹੋਈ ਹੈ, ਬਲਕਿ ਇੱਕ ਵਾਰ ਨਹੀਂ ਕੀਤੀ, ਟਰਮ 1 'ਚ ਇਹੋ ਜਿਹੇ ਕੇਸ ਆਪਾਂ ਬੜੀ ਵਾਰ ਕੀਤੇ ਨੇ। ਇਹ ਫਿਨੋਕਸਾਈਡ ਆਇਨ, ਠੀਕ ਹੈ, ਇਹਦੇ ਵਿੱਚ ਵੀ ਰੈਜ਼ੋਨੈਂਸ ਹੈ, ਔਰ ਬਹੁਤ ਵਾਰ ਪੜ੍ਹੀ ਹੈ, ਤਰੀਕਾ ਵੀ ਆਪਾਂ ਸਿਖਾਇਆ ਇਸ ਰੈਜ਼ੋਨੈਂਸ ਦਾ, ਹੈ ਨਾ। ਸੋ ਇਹਦੇ ਵਿੱਚ ਵੀ ਰੈਜ਼ੋਨੇਟਿੰਗ ਸਟਰਕਚਰਸ ਬਣਦੀਆਂ ਨੇ। ਸੋ ਇਹ ਤਾਂ ਆਪਾਂ ਬਹੁਤ ਵਾਰ ਕੀਤਾ ਹੈ ਜੀ। ਠੀਕ ਹੈ, ਬੜੀ ਵਾਰ ਤੁਹਾਨੂੰ ਐਰੋ ਲਾਉਣ ਦੇ ਤਰੀਕੇ ਵੀ ਦੱਸੇ ਹੋਏ ਨੇ ਮੈਨੇ, ਵੀ ਐਰੋ ਆਪਾਂ ਕਿਸ ਤਰ੍ਹਾਂ ਲਗਾਉਣੇ ਨੇ। ਠੀਕ, ਬਾਕੀ ਤੁਹਾਨੂੰ ਪਤਾ ਹੀ ਹੈ ਨਾ, ਇਹ ਚੀਜ਼ ਤਾਂ ਆਪਾਂ ਨੂੰ ਪਤਾ ਹੀ ਹੈ। ਸੋ ਨੈਕਸਟ ਟਾਈਮ ਸੋ ਇਹ ਫਿਨੋਕਸਾਈਡ ਆਇਨ ਦੇ ਵਿੱਚ ਆਪਾਂ ਰੈਜ਼ੋਨੈਂਸ ਦਿਖਾ ਰਹੇ ਹਾਂ। ਠੀਕ ਹੈ, now the last resonating structure। ठीक है, सो ये पुराना ही काम है जी, बथेरी बार पढ़िया अपने टर्म 1 ਦੇ ਵਿੱਚ। ਸੋ ਇਹ ਰੈਜ਼ੋਨੈਂਸ ਫਿਨੋਕਸਾਈਡ ਆਇਨ ਦੇ ਵਿੱਚ ਵੀ ਆ। ਦੇਖੋ ਹੁਣ ਜੇ ਆਪਾਂ ਕਿਵੇਂ ਡਿਸਾਈਡ ਕਰਾਂਗੇ ਵੀ ਇਹਨਾਂ ਦੋਨਾਂ ਚੋਂ ਕਿਹਦੀ ਐਸਿਡਿਕ ਸਟਰੈਂਥ ਜ਼ਿਆਦਾ ਹੈ? ਕਾਰਬੋਕਸਿਲੇਟ ਆਇਨ ਇਜ਼ ਆਲਸੋ, ਠੀਕ ਹੈ, ਲਾਈਕ ਫਿਨੋਕਸਾਈਡ ਆਇਨ, ਕਾਰਬੋਕਸਿਲੇਟ ਆਇਨ ਵੀ ਰੈਜ਼ੋਨੈਂਸ ਸਟੇਬਲਾਈਜ਼ਡ ਹੈ, ਤਾਂ ਆਪਾਂ ਪਹਿਲਾਂ ਹੀ ਪੜ੍ਹਿਆ ਫਿਨੋਕਸਾਈਡ ਤਾਂ। ਲੇਕਿਨ ਇਹਦੇ ਵਿੱਚ ਰਾਜੇ ਮੇਨ ਚੀਜ਼ ਪਤਾ ਕੀ ਹੈ? ਇਸ 'ਚ ਮੇਨ ਚੀਜ਼ ਜੋ ਨੋਟਿਸੇਬਲ ਹੈ, ਇੱਕ ਆਪਾਂ ਰੈਜ਼ੋਨੇਟਿੰਗ ਸਟਰਕਚਰਸ ਦੇ ਵਿੱਚ ਜਾਂ ਰੈਜ਼ੋਨੈਂਸ ਦੇ ਵਿੱਚ ਇਹ ਚੀਜ਼ ਪੜ੍ਹਦੇ ਹੁੰਦੇ ਆ ਕਿ ਦੈਟ ਰੈਜ਼ੋਨੇਟਿੰਗ ਸਟਰਕਚਰਸ ਆਰ ਮੋਰ ਸਟੇਬਲ। ਠੀਕ ਹੈ, ਇਨ ਵਿਚ ਦ ਪੋਜ਼ਿਟਿਵ ਚਾਰਜ ਅਪੀਅਰਸ ਔਨ more electropositive atom and negative charge appears on more electronegative atom। ਅਗਰ ਇੱਕ ਇਲੈਕਟ੍ਰੋਨੈਗੇਟਿਵ ਚਾਰਜ ਨੂੰ ਵਧੀਆ ਤਰੀਕੇ ਨਾਲ ਉਹ ਕਮੋਡੇਟ ਕਰ ਸਕਦਾ ਜਿਹੜੀ ਚੀਜ਼ ਜ਼ਿਆਦਾ ਇਲੈਕਟ੍ਰੋਨੈਗੇਟਿਵ ਹੋਵੇ, ਔਰ ਪੋਜ਼ਿਟਿਵ ਨੂੰ ਉਹ ਜ਼ਿਆਦਾ ਕਮੋਡੇਟ ਕਰ ਸਕਦਾ ਜਿਹੜੀ ਚੀਜ਼ ਜ਼ਿਆਦਾ ਇਲੈਕਟ੍ਰੋ ਪੋਜ਼ਿਟਿਵ ਹੋਵੇ।
ਤੁਸੀਂ ਬਹੁਤ ਧਿਆਨ ਨਾਲ ਓਬਜ਼ਰਵ ਕਰੋ, ਕਾਰਬੋਕਸੀਲੇਟ ਆਇਨ ਦੇ ਵਿੱਚ ਆਫਟਰ ਡੀਲੋਕੇਲਾਈਜੇਸ਼ਨ ਰੈਜ਼ੋਨੈਂਸ ਹੋਣ ਤੋਂ ਬਾਅਦ ਇੱਥੇ ਰੈਜ਼ੋਨੈਂਸ ਹੋ ਗਈ ਦੇਖੋ, ਇੱਥੇ ਨੈਗੇਟਿਵ ਚਾਰਜ ਇਸ ਆਕਸੀਜਨ ਦੇ ਕੋਲ ਹੈ, ਲੇਕਿਨ ਰੈਜ਼ੋਨੈਂਸ ਹੋਣ ਤੋਂ ਬਾਅਦ ਵੀ ਜਿਹੜਾ ਨੈਗੇਟਿਵ ਚਾਰਜ ਆ ਉਹ ਫਿਰ ਆਕਸੀਜਨ ਦੇ ਕੋਲ ਹੀ ਹੈ। ਇਹ ਦੋਨੋਂ ਇਕੁਇਵਲੈਂਟ ਸਟਰਕਚਰਸ ਨੇ। ਲੇਕਿਨ ਤੁਸੀਂ ਫਿਨੋਕਸਾਈਡ ਦੇ ਵਿੱਚ ਦੇਖੋ, ਜਿਹੜੀ ਫਿਨੋਕਸਾਈਡ ਆਇਨ ਜਾਂ ਫਿਨੇਟ ਆਇਨ ਦੀ ਰੈਜ਼ੋਨੈਂਸ ਹੈ, ਇਹ ਨੈਗੇਟਿਵ ਚਾਰਜ ਆਕਸੀਜਨ ਦੇ ਕੋਲ ਹੈ, ਲੇਕਿਨ ਆਫਟਰ ਡੀਲੋਕੇਲਾਈਜੇਸ਼ਨ ਜਦੋਂ ਇਹ ਰੈਜ਼ੋਨੈਂਸ ਦੇਖੋ, ਹੁਣ ਰੈਜ਼ੋਨੈਂਸ ਹੋ ਗਈ, ਰੈਜ਼ੋਨੈਂਸ ਹੋਣ ਤੋਂ ਬਾਅਦ ਇਹ ਨੈਗੇਟਿਵ ਚਾਰਜ ਜ਼ਿਆਦਾ ਟਾਈਮ ਕਾਰਬਨ ਦੇ ਕੋਲ ਹੀ ਰਹਿ ਰਿਹਾ। ਦੇਖੋ, ਕਾਰਬਨ ਦੇ ਕੋਲ ਆ ਗਿਆ, ਕਾਰਬਨ ਦੇ ਕੋਲ ਆ ਗਿਆ, ਕਾਰਬਨ ਦੇ ਕੋਲ ਆ ਗਿਆ, ਹੈ ਨਾ। ਇਹ ਤਾਂ ਫਿਰ ਉਹੀ ਚੀਜ਼ ਹੋ ਗਈ, ਪਹਿਲੇ ਵਰਗੀ ਹੋ ਗਈ ਇਹ ਵੀ। ਤੇ ਜੀ ਇਹਦੇ ਵਿੱਚ ਰੈਜ਼ੋਨੈਂਸ ਹੋਣ ਤੋਂ ਬਾਅਦ ਨੈਗੇਟਿਵ ਚਾਰਜ ਫਿਰ ਆਕਸੀਜਨ ਦੇ ਕੋਲ ਹੀ ਆਉਂਦਾ ਹੈ। ਇਹਦੇ ਵਿੱਚ ਰੈਜ਼ੋਨੈਂਸ ਹੋਣ ਤੋਂ ਬਾਅਦ ਨੈਗੇਟਿਵ ਚਾਰਜ ਕਾਰਬਨ ਕੋਲੇ ਚਲੇ ਜਾਂਦਾ ਹੈ, ਵਿਚ ਇਜ਼ ਕੰਪੈਰੀਟਿਵਲੀ ਲੈਸ ਇਲੈਕਟ੍ਰੋਨੈਗੇਟਿਵ, ਠੀਕ ਹੈ, ਦੈਨ ਆਕਸੀਜਨ, ਜੋ ਆਕਸੀਜਨ ਦੇ ਨਾਲੋਂ ਘੱਟ ਇਲੈਕਟ੍ਰੋਨੈਗੇਟਿਵ ਹੁੰਦਾ। ਤੇ ਇਹਦੇ ਵਿੱਚ ਤਾਂ ਰੈਜ਼ੋਨੈਂਸ ਹੋਣ ਤੋਂ ਬਾਅਦ ਨੈਗੇਟਿਵ ਚਾਰਜ ਜ਼ਿਆਦਾ ਇਲੈਕਟ੍ਰੋਨੈਗੇਟਿਵ ਐਟਮ ਦੇ ਕੋਲ ਹੀ ਜਾ ਰਿਹਾ, ਪਰ ਇਹਦੇ ਵਿੱਚ ਰੈਜ਼ੋਨੈਂਸ ਹੋਣ ਤੋਂ ਬਾਅਦ ਨੈਗੇਟਿਵ ਚਾਰਜ ਘੱਟ ਇਲੈਕਟ੍ਰੋਨੈਗੇਟਿਵ ਐਟਮ ਕੋ ਜਾ ਰਿਹਾ। ਇਟ ਮੀਨਸ ਜਿਹੜੀ ਫਿਨੋਕਸਾਈਡ ਆਇਨ ਦੀ ਰੈਜ਼ੋਨੈਂਸ ਹੈਗੀ ਆ, ਠੀਕ ਹੈ, ਉਹ ਸਟੇਬਲ ਘੱਟ ਹੈ, ਉਹਦੀ ਸਟੇਬਲਾਈਜੇਸ਼ਨ ਘੱਟ ਹੈ as compared to the stabilization of carboxylate ion. It means carboxylate ion ਦੀ stability ਫਿਨੋਕਸਾਈਡ ਆਇਨ ਦੀ ਸਟੇਬਿਲਿਟੀ ਨਾਲੋਂ ਜ਼ਿਆਦਾ ਹੁੰਦੀ ਹੈ। ਅਗਰ ਕਾਰਬੋਕਸੀਲੇਟ ਆਇਨ ਫਿਨੋਕਸਾਈਡ ਨਾਲੋਂ ਜ਼ਿਆਦਾ ਸਟੇਬਲ ਹੈ, ਇਟ ਮੀਨਸ ਕਾਰਬੋਕਸੀਲੇਟ ਆਇਨ ਫਾਰਵਰਡ ਦੇ ਵਿੱਚ ਫਿਨੋਕਸਾਈਡ ਆਇਨ ਦੇ ਨਾਲੋਂ ਜ਼ਿਆਦਾ ਰੈਪਿਡਲੀ ਆਊਗਾ, ਔਰ ਜਿੰਨੀ ਰੈਪਿਡਲੀ ਆਊਗਾ ਉਨੀ ਜਲਦੀ ਕੀ ਬਾਹਰ ਨਿਕਲੂਗਾ, H ਪੋਜ਼ਿਟਿਵ। ਦੈਟਸ ਵਾਈ ਕਾਰਬੋਕਸਿਲਿਕ ਐਸਿਡਸ ਆਰ ਮੋਰ ਸਟਰੋਂਗਰ ਐਸਿਡਸ ਦੈਨ ਫਿਨੋਲਸ। ਕਈ ਵਾਰੀ ਰਾਜੀ ਇੱਕ ਕੁਐਸਚਨ ਐਵੇਂ ਵੀ ਆ ਜਾਂਦਾ ਹੈਗਾ, ਔਰ ਪਾ ਕੇ ਜਿਵੇਂ ਤੁਹਾਨੂੰ ਮੈਂ ਦੱਸਾਂ ਕਿ ਇਹਦੀ ਦੂਸਰੀ ਫਾਰਮ ਵੀ ਆ, although phenoxide ion contains more resonating structures than carboxylate ion, yet phenols are weaker acids than carboxylic acids। ਠੀਕ ਹੈ, ਤਾਂ ਗੱਲ ਤਾਂ ਰਾਜੇ ਇੱਕੋ ਹੀ ਹੈ। ਹੁਣ ਇਹ ਥੋੜ੍ਹਾ ਵੀ ਜੇ ਰੈਜ਼ੋਨੇਟਿੰਗ ਸਟਰਕਚਰ ਆ 5 ਨੇ ਰਾਜੇ, ਤਾਂ ਉਹ ਇਹਦੇ ਨਾਲ ਥੋੜ੍ਹਾ ਫਰਕ ਪੈਂਦਾ ਹੈਗਾ। ਪੰਜਾਂ ਦੇ ਵਿੱਚ ਰਾਜੇ ਮੇਨ ਜਿਹੜੀ ਅਗਰ ਆਪਾਂ ਦੇਖੀਏ ਇਹਨਾਂ ਦੀ ਕੀ ਕੰਟਰੀਬਿਊਸ਼ਨ ਰਹਿ ਗਈ, ਇਹ ਤਾਂ ਰਾਜੇ ਨੈਗੇਟਿਵ ਚਾਰਜ ਲੈਸ ਇਲੈਕਟ੍ਰੋਨੈਗੇਟਿਵ ਐਟਮ 'ਤੇ ਅਕੋਮੋਡੇਟ ਕਰਵਾ ਰਹੀਆਂ ਨੇ। ਠੀਕ ਹੈ, 5 ਹੋਣ ਦਾ ਕੀ ਹੈ, 5 ਦਾ ਬੈਨੀਫਿਟ ਕੀ ਮਿਲਿਆ, ਨੈਗੇਟਿਵ ਚਾਰਜ ਤਾਂ ਡੀਲੋਕੇਲਾਈਜ਼ ਹੋਣ ਤੋਂ ਬਾਅਦ ਕਿਹਦੇ ਕੋਲ ਆ ਰਿਹਾ, ਕਾਰਬਨ ਦੇ ਕੋਲ, ਪਰ ਇਹਦੇ ਕੋਲੇ ਨੈਗੇਟਿਵ ਚਾਰਜ ਕਿਹਦੇ ਕੋਲ ਜਾ ਰਿਹਾ, ਅਗੇਨ ਆਕਸੀਜਨ ਦੇ ਕੋਲ। ਇਸ ਕਰਕੇ ਕਾਰਬੋਕਸਿਲਿਕ ਐਸਿਡ ਦੀ ਐਸਿਡਿਕ ਸਟਰੈਂਥ ਜ਼ਿਆਦਾ ਹੁੰਦੀ ਹੈ ਫਿਨੋਲ ਦੇ ਨਾਲੋਂ। ਬਾਕੀ ਕੁਐਸਚਨ ਅਜੇ ਹੋਰ ਵੀ ਵੈਸੇ ਤਾਂ ਹੈਗਾ, ਪਰ ਉਹ ਕੰਪੈਰੀਟਿਵਲੀ ਉਹ ਬਹੁਤ ਹੀ ਸਿੰਪਲ ਕੁਐਸਚਨ ਹੈ। ਜੇ ਮਤਲਬ ਆਪਾਂ ਨੂੰ ਇਹ ਕਿਹਾ ਜਾਵੇ ਵੀ ਕਾਰਬੋਕਸਿਲਿਕ ਐਸਿਡ ਐਲਕੋਹਲ ਦੇ ਨਾਲੋਂ ਵੀ ਸਟਰੋਂਗਰ ਐਸਿਡ ਹੁੰਦੇ ਨੇ। ਠੀਕ ਹੈ, ਪਰ ਇਹਦਾ ਰੀਜ਼ਨ ਬਹੁਤ ਸਿੰਪਲ ਹੈ। ਕਾਰਬੋਕਸਿਲਿਕ ਐਸਿਡ ਦਾ ਜਿਹੜਾ ਕਾਰਬੋਕਸੀਲੇਟ ਆਇਨ ਹੈ ਉਹ ਰੈਜ਼ੋਨੈਂਸ ਸਟੇਬਲਾਈਜ਼ਡ ਹੈ, ਬਟ ਐਲਕੋਹਲ ਦਾ ਜਿਹੜਾ ਐਲਕੋਕਸਾਈਡ ਆਇਨ ਹੁੰਦਾ ਉਹ ਰੈਜ਼ੋਨੈਂਸ ਸਟੇਬਲਾਈਜ਼ਡ ਨਹੀਂ ਹੁੰਦਾ। ਤਾਂ ਉੱਥੇ ਤਾਂ ਬੜੀ ਸਿੰਪਲ ਗੱਲ ਹੈ ਵੀ ਅਗਰ ਕਾਰਬੋਕਸੀਲੇਟ ਆਇਨ ਰੈਜ਼ੋਨੈਂਸ ਸਟੇਬਲਾਈਜ਼ਡ ਹੈ ਤਾਂ ਰੈਜ਼ੋਨੈਂਸ ਕਰਕੇ ਕਾਰਬੋਕਸੀਲੇਟ ਆਇਨ ਜਲਦੀ ਬਣੂਗਾ, ਉਨੀ ਜਲਦੀ H ਪੋਜ਼ਿਟਿਵ ਨਿਕਲੂਗਾ। ਸੋ ਠੀਕ ਹੈ, ਜ਼ਿਆਦਾਤਰ ਕੁਐਸਚਨ ਕਾਰਬੋਕਸਿਲਿਕ ਐਸਿਡ ਤੇ ਫਿਨੋਲ ਦਾ ਜ਼ਿਆਦਾ ਪੁੱਛਿਆ ਜਾਂਦਾ ਹੈ। ਠੀਕ, ਸੋ ਇਹ ਸੀ ਅਬਾਊਟ ਦੀ ਐਸਿਡਿਕ ਸਟਰੈਂਥ। ਠੀਕ ਹੈ, ਔਰ ਇੱਕ ਕੁਐਸਚਨ ਹੈ ਜੀ, ਆਪਾਂ ਇੱਕ ਹੋਰ ਕਨਸੈਪਚੁਅਲ ਕੁਐਸਚਨ ਹੈ ਜਿਹਨੂੰ ਆਪਾਂ ਸੋਲਵ ਕਰਦੇ ਹਾਂ। ਉਹਦੇ ਲਈ ਤੁਹਾਨੂੰ ਉਹ ਕਨਸੈਪਟ ਪਤਾ ਹੋਣਾ ਚਾਹੀਦਾ ਜਿਹੜਾ ਆਪਾਂ ਹਾਈਬ੍ਰਿਡਾਈਜੇਸ਼ਨ ਦਾ ਪੜ੍ਹਦੇ ਹੁੰਦੇ ਹਾਂ। ਠੀਕ ਹੈ, ਹਾਈਬ੍ਰਿਡਾਈਜੇਸ਼ਨ 'ਚ ਇੱਕ ਆਪਾਂ ਕਨਸੈਪਟ ਪੜ੍ਹਦੇ ਹੁੰਦੇ ਹਾਂ ਵੀ ਅਗਰ ਆਪਣੇ ਕੋਲੇ sp2 ਔਰ sp3 ਹਾਈਬ੍ਰਿਡਾਈਜ਼ਡ ਕਾਰਬਨ ਹੈ ਤਾਂ ਇਹਨਾਂ ਦੀ ਇਲੈਕਟ੍ਰੋਨੈਗੇਟਿਵਿਟੀ ਦਾ ਜਿਹੜਾ ਆਰਡਰ ਹੁੰਦਾ ਉਹ ਕੀ ਹੁੰਦਾ ਹੈਗਾ, sp sp2
एंड sp3 ठीक है। अगर अपने कोले एटम सेम है कार्बन और वो अलग-अलग हाइब्रिड स्टेट ਦੇ ਵਿੱਚ ਪ੍ਰੈਜ਼ੈਂਟ ਹੈ ਤਾਂ ਉਹਦੀ ਜਿਹੜੀ ਹਾਈਬ੍ਰਿਡ ਸਟੇਟ sp ਹੋਊਗੀ ਉਹ ਕੰਪੈਰੀਟਿਵਲੀ ਜ਼ਿਆਦਾ ਇਲੈਕਟ੍ਰੋਨੈਗੇਟਿਵ ਹੋਊਗੀ ਦੈਨ sp2 ਤੇ sp3 ਨਾਲੋਂ ਔਰ sp2 ਜਿਹੜੀ ਹੋਊਗੀ sp2 sp3 ਨੂੰ ਜ਼ਿਆਦਾ ਇਲੈਕਟ੍ਰੋਨੈਗੇਟਿਵ ਔਰ ਸਭ ਤੋਂ ਲੀਸਟ ਇਲੈਕਟ੍ਰੋਨੈਗੇਟਿਵ ਫਾਰਮ ਕਿਹੜੀ ਹੁੰਦੀ ਹੈ sp3। ਸੋ ਇਹ ਪੈਰਾਮੀਟਰ ਵੀ ਰਾਜੇ ਐਸਡਿਕ ਸਟ੍ਰੈਂਥ ਡਿਟਰਮਿਨ ਕਰ ਸਕਦਾ ਹੈ ਜਿਹੜੀ ਆਪਾਂ ਇਸ ਤੋਂ ਪ੍ਰੀਵੀਅਸ ਲੈਕਚਰ ਦੇ ਵਿੱਚ ਆਪਾਂ ਕੀਤੀ ਸੀ। ਜਿਵੇਂ ਆਪਾਂ ਕਹਿੰਦੇ ਆ ਕਿ ਫॉर एग्जांपल ਮੈਂ ਇੱਕ ਐਸਿਡ ਲਿਖਦਾ ਰਾਜੇ ठीक है ये है दिस एसिड इज प्रोपानोइक एसिड और प्रोपायोनिक एसिड। प्रोपानोइक एसिड IUPAC नेम है जबकि ਜਿਹੜਾ मैं ਹੁਣ लिख रहा प्रोपायोनिक एसिड ये कॉमन नेम है ठीक है। इस तरह एक बेंजोइक एसिड है। बेंजोइक एसिड तो आप बहुत बार लिखते हैं बेंजोइक एसिड ठीक है। एक होर लिखते हैं आप एसिड उरे और ये एसिड है ये वाला एसिड लिखते हैं आप ठीक। ਇਹਦਾ ਨਾਮ ਹੈਗਾ ਤਿੰਨ ਹੈ ਨਾ ਪ੍ਰੋਪ 2 in 1 ਐਸਿਡ ਬਟ ਇਹਦੇ ਨਾਲ ਇਹਦਾ ਕਾਮਨ ਨੇਮ ਜ਼ਿਆਦਾ ਫੇਮਸ ਹੈ ਐਕਰਾਈਲਿਕ ਐਸਿਡ। एक्राइलिक एसिड ठीक है। और एक एसिड मैं चलो सिंपल जा लिख देना एस्टिक एसिड ठीक। सो ये सिर्फ मैं सिर्फ मैं एक समझाने लिए लिखा थोनों भी ताकि एक अंडरस्टैंडिंग अपन हो जाती है जी। ये ध्यान दो भी आ जिहड़ा COH है ठीक है ये आ जिहड़ी कार्बन है sp3 है ਇਹਦੇ ਵਿੱਚ ਜਿਹੜਾ COH ਹੈ ਇਹ ਜਿਹੜੀ ਕਾਰਬਨ ਹੈ ਉਹ sp2 ਹੈ ਔਰ ਇਹਦੇ ਵਿੱਚ ਵੀ sp2 ਹੀ ਹੈ। ਇਹ ਵਾਲੀ ਕਾਰਬਨ ਆ ਜਿਹੜਾ COH ਹੈ ਇਹ sp2 ਹੈ। ਇਹ ਵਾਲੀ ਕਾਰਬਨ ਫੇਰ ਜਿਹੜੀ ਇਹ ਹੈ sp3 ਹੈ। ਇਹ ਸਿਰਫ ਆਪਾਂ ਇੱਥੇ ਇੱਕ ਮੈਂ ਚੇਂਜ ਕਰੂੰਗਾ ਦੇਖੋ ਇਹ ਆਰਡਰ ਆਫ ਇਲੈਕਟ੍ਰੋਨ ਹੈ। ਤੁਹਾਨੂੰ ਸਭ ਨੂੰ ਪਤਾ ਵੀ ਇਹ ਸਬਸਟੈਂਸ ਐਸਿਡ ਕਿਉਂ ਨੇ ਕਿਉਂਕਿ ਇਹ H ਪੋਜ਼ਿਟਿਵ ਰਿਲੀਜ਼ ਕਰ ਸਕਦੇ ਨੇ। ਇਹਦੇ ਵਿੱਚ ਮੈਂ ਇੱਕ ਛੋਟੀ ਜਿਹੀ ਚੇਂਜ ਕਰਦਾ ਹਾਂ ਜੀ। ਅਗਰ ਮੈਂ ਇੱਥੇ ਹੋਰ ਥੋੜ੍ਹਾ ਜਿਹਾ ਇਲੈਬੋਰੇਟ ਕਰਾਂ ਕਿਉਂਕਿ ਇਹ ਸਿੰਪਲ ਜ਼ਿਆਦਾ ਸਿੰਪਲ ਹੋ ਜਾਂਦਾ ਇਹਦੇ ਨਾਲ ਇਹਨੂੰ ਮੈਂ ਇਸ ਤਰ੍ਹਾਂ ਕਰ ਦਿੰਦਾ ਦੇਖੋ ਹੁਣ ਜਿਵੇਂ ਇਹ ਜਿਹੜੀ ਕਾਰਬਨ ਹੈ ਠੀਕ ਹੈ ਇਹਦੇ ਵਿੱਚ ਜਿਵੇਂ ਮੈਂ ਆ ਜਿਹੜੀ ਕਾਰਬਨ ਹੋਊਗੀ ਆਟੋਮੈਟਿਕਲੀ ਰਾਜੇ ਇਹ ਕਿਹੜੀ ਕਾਰਬਨ ਹੋਊਗੀ ਇਸ ਤਰ੍ਹਾਂ ਦੀ ਕਾਰਬਨ ਹਮੇਸ਼ਾ sp ਹਾਈਬ੍ਰਿਡਾਈਜ਼ਡ ਹੋਊਗੀ ਠੀਕ ਹੈ। ਤਾਂ ਆਪਾਂ ਨੂੰ ਪਤਾ ਆਰਡਰ ਆਫ ਇਲੈਕਟ੍ਰੋਨੈਗੇਟਿਵਿਟੀ। ਸੋ ਮੈਂ ਸਿਰਫ ਰਾਜੇ ਹਜੇ ਪਹਿਲਾਂ ਇਹਨਾਂ ਤਿੰਨਾਂ ਨੂੰ ਆਪਸ 'ਚ ਕੰਪੇਅਰ ਕਰਦਾ ਬਿਕੋਜ਼ ਇਹਨਾਂ ਅਗਰ ਤਿੰਨਾਂ ਨੂੰ ਵੀ ਮੈਂ ਕੰਪੇਅਰ ਕਰਤਾ ਤਾਂ sp ਵਾਲਾ ਕੇਸ ਹੈ ਨਾ ਜਿਹੜਾ ਉਹ ਆਪਣੇ ਆਪ ਹੀ ਰਾਜੇ ਕਲੀਅਰ ਹੋ ਜਾਊਗਾ ਠੀਕ ਹੈ। ਇਹ ਮੈਂ ਵੈਸੇ ਐਗਜ਼ਾਮਪਲ ਲਿਖੀ ਹੈ sp3 ਵਾਲੀ ਹੋਈ ਹੈ ਇਹ। ਤਾਂ ਹੁਣ ਇਹ ਤਿੰਨ ਨੇ ਜਿਹੜੇ ਦੇਖੋ ਇਹਨਾਂ ਨੂੰ ਆਪਾਂ ਬਾਅਦ 'ਚ ਕੰਸੀਡਰ ਕਰਾਂਗੇ ਇਹਨੂੰ ਤੈਨੂੰ ਠੀਕ ਹੈ। ਹੁਣ ਇਹਦੇ ਵਿੱਚ ਰਾਜੇ ਇਹ ਜਿਹੜੀ ਕਾਰਬਨ ਹੈ ਉਹ sp2 ਹੈ ਆ ਜਿਹੜੀ ਕਾਰਬਨ sp2 ਹੈ ਆ ਜਿਹੜੀ ਕਾਰਬਨ sp3 ਹੈ। ਜਿਹੜੀ ਡਾਇਰੈਕਟ ਅਟੈਚਮੈਂਟ ਹੈ COOH ਦੇ ਨਾਲ ਜੋ ਡਾਇਰੈਕਟਲੀ ਅਟੈਚਡ ਕਾਰਬਨ ਹੈ ਉਹਦੀ ਜਿਹੜੀ ਹਾਈਬ੍ਰਿਡਾਈਜੇਸ਼ਨ ਹੈ ਉਹ ਵੀ ਐਸਡਿਕ ਸਟ੍ਰੈਂਡ ਨੂੰ ਅਫੈਕਟ ਕਰਦੀ ਹੈ। ਹੁਣ ਇਹ ਵਾਲੀ ਜਿਹੜੀ sp2 ਹਾਈਬ੍ਰਿਡਾਈਜ਼ਡ ਕਾਰਬਨ ਹੈ ਇਹ ਵੀ sp2 ਹੈ। ਇਹਨਾਂ ਦੋਨਾਂ ਨੂੰ ਮੈਂ ਤਿੰਨੋਂ ਲੱਗ ਕੀਤੇ ਨੇ ਕਿਉਂਕਿ ਜੇ ਦੋ ਸਪੈਸ਼ਲ ਆ ਰਹੇ ਨੇ ਠੀਕ ਹੈ। ਅਗਰ ਤੁਹਾਨੂੰ ਮੈਂ ਇਹ ਕਹਾਂ ਕਿ ਤੁਸੀਂ ਬੈਂਜ਼ੋਇਕ ਐਸਿਡ ਤੇ ਐਸਟਿਕ ਐਸਿਡ ਨੂੰ ਕੰਪੇਅਰ ਕਰਨਾ ਤਾਂ ਬੈਂਜ਼ੋਇਕ ਐਸਿਡ ਤੇ ਐਸਟਿਕ ਐਸਿਡ 'ਚੋਂ ਬੈਂਜ਼ੋਇਕ ਐਸਿਡ ਦੀ ਐਸਡਿਕ ਸਟ੍ਰੈਂਥ ਜ਼ਿਆਦਾ ਹੁੰਦੀ ਹੈ। ਬੈਂਜ਼ੋਇਕ ਐਸਿਡ ਇਜ਼ ਮੋਰ ਸਟਰੋਂਗਰ ਐਸਿਡ ਦੈਨ ਐਸਟਿਕ ਐਸਿਡ। ਇਹਦਾ ਐਕਚੁਅਲ ਰੀਜ਼ਨ ਪਤਾ ਕੀ ਹੈ ਜੀ ਕਿਉਂਕਿ ਇਹ ਜਿਹੜੀ ਕਾਰਬਨ ਹੈ ਉਹ sp2 ਹੈ ਇਹ ਜਿਹੜੀ ਕਾਰਬਨ ਹੈ ਉਹ sp3 ਹੈ ਔਰ ਮੋਰਓਵਰ ਇਲੈਕਟ੍ਰੋ ਰਿਲੀਜ਼ਿੰਗ ਗਰੁੱਪ ਲੱਗਿਆ ਹੋਇਆ ਠੀਕ ਹੈ। ਔਰ ਇਹ ਜਿਹੜੀ ਹੈ ਰਾਜੇ ਇਹ sp2 ਹਾਈਬ੍ਰਿਡਾਈਜ਼ਡ ਕਾਰਬਨ ਹੈ ਔਰ ਜਿਹੜੀ sp2 ਹਾਈਬ੍ਰਿਡਾਈਜ਼ਡ ਕਾਰਬਨ ਹੈ ਕੰਪੈਰੀਟਿਵਲੀ ਰਾਜੇ ਉਸ ਕਾਰਬਨ ਦੀ ਇਲੈਕਟ੍ਰੋਨੈਗੇਟਿਵਿਟੀ ਜ਼ਿਆਦਾ ਹੁੰਦੀ ਹੈ sp3 ਨਾਲੋਂ।
ਤਾਂ ਇਟ ਮੀਨਸ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਜਿਹੜੀ ਕਾਰਬਨ ਹੈਗੀ ਆ ਇਸ ਕੇਸ ਦੇ ਵਿੱਚ ਜਿਹੜਾ ਆਕਸੀਜਨ ਹੈ OH ਦਾ, ਠੀਕ ਹੈ, ਜੋ ਜਿਹਦੀ ਕਾਰਬਨ ਡਾਇਰੈਕਟਲੀ ਕਿਹਦੇ ਨਾਲ ਜੁੜੀ ਹੋਈ ਹੈ sp2 ਵਾਲੀ ਨਾਲ, ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਜਿਹੜੀ ਕਾਰਬਨ ਹੈ ਨਾ, ਇਹ ਵਾਲੀ ਕਾਰਬਨ ਇਸ ਕਾਰਬਨ ਤੋਂ ਉਹਨੇ ਇਲੈਕਟ੍ਰੋਨ ਨਹੀਂ ਖਿੱਚ ਸਕਦੀ ਆਪਣੇ ਵੱਲ, ਇਹ ਵਾਲੀ ਕਾਰਬਨ ਇਸ ਕਾਰਬਨ ਤੋਂ ਆਸਾਨੀ ਨਾਲ ਖਿੱਚ ਸਕਦੀ ਆ, ਠੀਕ ਹੈ। ਤਾਂ ਆਪਾਂ ਇੱਕ ਤਰ੍ਹਾਂ ਇਹ ਵੀ ਕਹਿ ਸਕਦੇ ਹਾਂ ਵੀ ਹਾਈਬ੍ਰਿਡਾਈਜੇਸ਼ਨ ਦੇ ਫਰਕ ਦੇ ਨਾਲ ਵੀ ਜਦੋਂ ਇਹ ਵਾਲੀ ਕਾਰਬਨ sp3 ਵਾਲੀ ਤੋਂ ਆਪਣੇ ਵੱਲ ਖਿੱਚੂਗੀ ਤਾਂ ਵੀ ਆਕਸੀਜਨ ਦੇ ਉੱਪਰ ਇਲੈਕਟ੍ਰੋਨਸਿਟੀ ਵਧੂਗੀ। ਅਗਰ ਇਹ ਵਧੂਗੀ ਤਾਂ ਇਹਦੇ ਵਿੱਚ H ਪੋਜ਼ਿਟਿਵ ਕੰਪੈਰੀਟਿਵਲੀ ਥੋੜ੍ਹੀ ਲੇਟ ਰਿਲੀਜ਼ ਹੋਊਗਾ, ਲੇਕਿਨ ਇਹਦੇ ਵਿੱਚ ਹੀ sp2 ਆ। ਹੁਣ ਇਹ ਇੱਥੋਂ ਹੀ ਕੰਪੈਰੀਜ਼ਨ ਹੋ ਗਿਆ ਵੀ ਇਹ ਕਾਰਬਨ ਇਹਦੇ ਤੋਂ ਆਸਾਨੀ ਨਾਲ ਖਿੱਚ ਸਕਦੀ ਹੈ ਕਿਉਂਕਿ ਇਹਦੀ ਇਲੈਕਟ੍ਰੋਨ ਐਕਟੀਵਿਟੀ ਇਹਦੇ ਨਾਲੋਂ ਘੱਟ ਹੈ, ਬਿਕੋਜ਼ ਇਹ sp2 ਹੈ, ਇਹ sp3 ਹੈ, ਇਹ ਦੋਨਾਂ ਦੀ sp2 ਹੈ ਰਾਜੇ। ਤਾਂ ਅਗਰ ਹੁਣ ਦੇਖੋ ਮੈਂ ਆਪਾਂ ਵਰਡ ਇਹ ਦੋਨਾਂ ਦੀ sp2 ਆ ਤਾਂ ਕੰਪੈਰੀਟਿਵਲੀ ਇਹਦੇ ਵਿੱਚ ਇਹ ਆਕਸੀਜਨ ਜਿਹੜਾ ਹੈ ਇਹਦੇ ਉੱਪਰ ਘੱਟ ਇਲੈਕਟ੍ਰੋਨੈਸਿਟੀ ਹੈ, ਇਹਦੇ ਉੱਪਰ ਜ਼ਿਆਦਾ ਹੈ। ਤਾਂ ਜੇ ਘੱਟ ਹੈਗੀ ਆ ਤਾਂ ਉਨੀ ਜਲਦੀ ਇਹ H ਪੋਜ਼ਿਟਿਵ ਬਾਹਰ ਨਿਕਲ ਜੂਗਾ, ਠੀਕ। ਦੂਸਰੀ ਗੱਲ, ਇਹ ਦੋਨੋਂ ਮੈਂ ਜਾਣ ਕੇ ਲਏ ਨੇ, ਇਹਦੇ ਨਾਲ ਮੈਂ ਐਕਰਾਈਲਿਕ ਐਸਿਡ ਲਿਆ ਬਿਕੋਜ਼ ਇੱਥੇ ਸਾਡੇ ਦਿਮਾਗ 'ਚ ਇੱਕ ਕੁਐਸਚਨ ਜਾਂਦਾ ਹੈ ਵੀ ਸਰ ਇਹ ਕਾਰਬਨ ਨੂੰ ਵੀ ਤੁਸੀਂ sp2 ਦੱਸਿਆ ਔਰ ਇਹ ਕਾਰਬਨ ਨੂੰ ਵੀ sp2 ਦੱਸਿਆ, ਫਿਰ ਇਹਨਾਂ ਦੋਨਾਂ ਦੀ ਕੀ ਐਸਿਡਿਕ ਸਟਰੈਂਥ ਸੇਮ ਹੈ? ਨਹੀਂ ਰਾਜੇ, ਸੇਮ ਫਿਰ ਵੀ ਨਹੀਂ ਹੈਗੀ। ਬੈਂਜ਼ੋਇਕ ਐਸਿਡ ਦੀ ਐਸਿਡਿਕ ਸਟਰੈਂਥ ਐਕਰਾਈਲਿਕ ਐਸਿਡ ਨਾਲੋਂ ਵੀ ਜ਼ਿਆਦਾ ਆ, ਐਸਟਿਕ ਨਾਲੋਂ ਜ਼ਿਆਦਾ ਉਹ ਆਪਾਂ ਐਕਸਪਲੇਨ ਕਰ ਹੀ ਦਿੱਤਾ। ਐਕਚੁਅਲੀ ਜੇ ਆਪਾਂ ਕੰਪੈਰੀਜ਼ਨ ਕਰ ਰਹੇ ਹਾਂ, ਐਕਰਾਈਲਿਕ ਐਸਿਡ ਦੀ ਸਟਰੈਂਥ ਜਿਹੜੀ ਹੈਗੀ ਆ, ਠੀਕ ਹੈ, ਐਕਰਾਈਲਿਕ ਐਸਿਡ ਦੀ ਸਟਰੈਂਥ ਜਿਹੜੀ ਹੈ ਉਹ ਅਗਰ ਆਪਾਂ ਇੱਥੇ ਕਰਕੇ ਦਿਖਾਈਏ, ਬੈਂਜ਼ੋਇਕ ਐਸਿਡ ਇਜ਼ ਦਿਸ ਵਨ, ਠੀਕ ਹੈ, ਬੈਂਜ਼ੋਇਕ ਐਸਿਡ ਹੈ, ਠੀਕ ਹੈ, ਬੈਂਜ਼ੋਇਕ ਐਸਿਡ। ਔਰ ਜੀ ਇਹਦੇ ਵਿੱਚ ਰੈਜ਼ੋਨੈਂਸ ਤਾਂ ਆਪਾਂ ਬਹੁਤ ਵਾਰ ਪੜ੍ਹੀ ਹੈ ਰਾਜੇ, ਬੈਂਜ਼ੋਇਕ ਐਸਿਡ ਦੇ ਵਿੱਚ ਕਿਵੇਂ ਹੁੰਦੀ ਹੈ ਜੀ ਰੈਜ਼ੋਨੈਂਸ? ਐਵੇਂ ਹੁੰਦੀ ਹੈ ਰਾਜੇ, ਠੀਕ ਹੈ, ਕਾਫੀ ਵਾਰ ਪੜ੍ਹੀ ਹੋਈ ਆਪਾਂ ਇਹ ਰੈਜ਼ੋਨੈਂਸ ਐਵੇਂ, ਠੀਕ ਹੈ। ਤਾਂ ਇਹਨੂੰ ਆਪਾਂ ਦਿਖਾ ਦਿੰਦੇ ਹੁੰਦੇ ਹਾਂ ਇਸ ਤਰ੍ਹਾਂ, ਇਹ ਬੌਂਡ ਡਬਲ, ਠੀਕ ਹੈ ਰਾਜੇ, ਸਿੰਗਲ, ਇੱਥੇ ਨੈਗੇਟਿਵ ਚਾਰਜ, ਦੋ ਲੋਨ ਪੇਅਰ ਹੋਰ ਵੀ ਨੇ ਪਰ ਮੈਂ ਚਲੋ ਇੰਨਾ ਕੀ ਦਿਖਾ ਦਿੰਦਾ ਜੇ, ਤੇ OH, ਠੀਕ ਹੈ, ਆਟੋਮੈਟਿਕਲੀ ਸੌਰੀ, ਠੀਕ ਹੈ। ਤੇ ਉਰੀ ਸੀ ਬੌਂਡ ਤਾਂ ਉਰੀ ਸੀ, ਇਹ ਆਹ ਵਾਲਾ ਤਾਂ ਅਨਡਿਸਟਰਬਡ ਬੌਂਡ ਹੈ ਤਾਂ, ਠੀਕ ਹੈ। ਔਰ ਇਹ ਵਾਲਾ ਇੱਥੇ ਚਾਰਜ ਕੀ ਆ ਜਾਊਗਾ ਬੇਟਾ? ਪੋਜ਼ਿਟਿਵ, ਠੀਕ ਹੈ। ਸੋ ਇਹਦੇ ਵਿੱਚ ਰਾਜੇ ਆਪਾਂ ਇਹ ਕਹਿ ਸਕਦੇ ਹਾਂ ਰੈਜ਼ੋਨੈਂਸ ਇਹ 'ਚ ਵੀ ਹੋ ਸਕਦੀ ਹੈ, ਇਹ ਇੱਕ ਤਰ੍ਹਾਂ ਦਾ ਇਹ 'ਚ ਵੀ ਰੈਜ਼ੋਨੈਂਸ ਪੋਸੀਬਲ ਹੋਊਗੀ, ਬਟ ਰਾਜੇ ਜਿਹੜੀ ਇਹਦੇ ਵਿੱਚ ਰੈਜ਼ੋਨੈਂਸ ਹੈ ਜੋ ਬੈਂਜ਼ੋਇਕ ਐਸਿਡ 'ਚ ਹੋ ਰਹੀ ਹੈ ਰੈਜ਼ੋਨੈਂਸ, ਇਹਦੇ ਵਿੱਚ ਰੈਜ਼ੋਨੈਂਸ ਦੇ ਕਾਰਨ ਰਿੰਗ ਤੋਂ ਇਲੈਕਟ੍ਰੋਨੈਸਿਟੀ ਜਾ ਰਹੀ ਹੈ, ਆਹ ਦੇਖੋ ਰਿੰਗ ਤੋਂ ਇਲੈਕਟ੍ਰੋਨੈਸਿਟੀ ਜਾ ਰਹੀ ਹੈ, ਬਟ ਇਹ ਜਿਹੜਾ ਇਲੈਕਟ੍ਰੋਨ ਡੋਨੇਟਿੰਗ ਇਫੈਕਟ ਹੈ ਰਿੰਗ ਦਾ, ਇਹ ਬਹੁਤ ਜ਼ਿਆਦਾ ਸਟਰੋਂਗ ਨਹੀਂ ਹੁੰਦਾ ਰਾਜੇ। ਦਿਸ ਇਲੈਕਟ੍ਰੋਨ ਡੋਨੇਟਿੰਗ ਇਫੈਕਟ ਆਫ ਬੈਂਜ਼ੀਨ ਰਿੰਗ ਆਫ ਦੀ ਬੈਂਜ਼ੋਇਕ ਐਸਿਡ, ਠੀਕ ਹੈ, ਇਜ਼ ਨਾਟ ਵੈਰੀ ਪ੍ਰੋਨਾਊਂਸਡ, ਇਹ ਬਹੁਤ ਜ਼ਿਆਦਾ ਸਟਰੋਂਗ ਨਹੀਂ ਹੁੰਦਾ ਰਾਜੇ। ਕਾਰਨ ਕੀ ਹੈ ਰਾਜੇ? ਕਾਰਨ ਇਹ ਹੈਗਾ ਕਿਉਂਕਿ ਇਹ ਰੈਜ਼ੋਨੈਂਸ ਹੋਣ ਤੋਂ ਬਾਅਦ, ਦੇਖੋ ਮੈਂ ਇਹ ਗੱਲ ਬਿਲਕੁਲ ਨਹੀਂ ਕਹਿ ਰਿਹਾ ਕਿ ਰੈਜ਼ੋਨੈਂਸ ਨਹੀਂ ਹੋ ਸਕਦੀ ਰਾਜੇ, ਆਪਾਂ ਕੰਪੈਰੀਜ਼ਨ ਕਰ ਰਹੇ ਹਾਂ, ਰੈਜ਼ੋਨੈਂਸ ਆਪਾਂ ਬਹੁਤ ਵਾਰ ਕੀਤੀ ਹੈ ਇਹ, ਠੀਕ ਹੈ। ਇਹ ਰੈਜ਼ੋਨੈਂਸ ਹੋਣ ਤੋਂ ਬਾਅਦ ਜਿਹੜਾ ਬੈਂਜ਼ੀਨ ਰਿੰਗ ਦਾ ਐਰੋਮੈਟਿਕ ਕਰੈਕਟਰ ਹੈ ਉਹ ਘਟ ਜਾਂਦਾ ਰਾਜੇ, ਐਰੋਮੈਟਿਕ ਕਰੈਕਟਰ, ਠੀਕ ਹੈ। 6 ਪਾਈ ਇਲੈਕਟ੍ਰੋਨ ਨੇ, 1 2 3 3 ਬੌਂਡ, 6 ਪਾਈ ਇਲੈਕਟ੍ਰੋਨ, ਜਿਹੜੇ 6 ਪਾਈ ਇਲੈਕਟ੍ਰੋਨ ਹੁੰਦੇ ਨੇ ਨਾ, ਇਹ ਬੈਂਜ਼ੀਨ ਐਰੋਮੈਟਿਕ ਇਸੇ ਵਜ੍ਹਾ ਕਰਕੇ ਹੁੰਦੀ ਹੈ। ਇੱਕ ਤਾਂ ਬੈਂਜ਼ੀਨ 'ਚ ਰੈਜ਼ੋਨੈਂਸ ਪੂਰੀ ਫੁੱਲ ਰੈਜ਼ੋਨੈਂਸ ਹੁੰਦੀ ਆ, ਪੂਰੀ ਰਿੰਗ ਦੇ ਵਿੱਚ ਪਾਈ ਇਲੈਕਟ੍ਰੋਨੈਸਿਟੀ ਹੁੰਦੀ ਹੈ ਔਰ ਇਹ 'ਚ 6 ਪਾਈ ਇਲੈਕਟ੍ਰੋਨ ਹੁੰਦੇ ਨੇ, ਇਸੇ ਵਜ੍ਹਾ ਕਰਕੇ ਰਾਜੇ ਇਹਨੂੰ ਐਰੋਮੈਟਿਕ ਕਹਿੰਦੇ ਨੇ। ਔਰ ਇਹ ਐਰੋਮੈਟਿਕ ਕਰੈਕਟਰ ਬੈਂਜ਼ੀਨ ਰਿੰਗ ਨੂੰ ਸਟੇਬਿਲਿਟੀ ਪ੍ਰੋਵਾਈਡ ਕਰਦਾ ਹੈ, ਲੇਕਿਨ ਇਹ ਰੈਜ਼ੋਨੈਂਸ ਦੇ ਕਾਰਨ ਬੈਂਜ਼ੀਨ ਰਿੰਗ ਦਾ ਐਰੋਮੈਟਿਕ ਕਰੈਕਟਰ ਘਟ ਜਾਂਦਾ ਰਾਜੇ, ਕਿਉਂਕਿ ਅਲਟਰਨੇਟ ਸਿੰਗਲ ਡਬਲ ਬੌਂਡ ਸਿਰਫ ਆ ਹੀ ਰਹਿ ਗਏ, ਇੱਥੋਂ ਤਾਂ ਅਲਟਰਨੇਸੀ ਖਤਮ ਹੋ ਜਾਂਦੀ ਹੈ ਨਾ ਰਾਜੇ। ਦੇਖੋ ਸਿੰਗਲ ਸਿੰਗਲ ਸਿੰਗਲ, 3 ਸਿੰਗਲ ਇਕੱਠੀ ਨੇ, ਜਿਸ ਵਜ੍ਹਾ ਕਰਕੇ ਰਾਜੇ
जो बेंजोइक एसिड है, क्योंकि बेंजोइक एसिड 'ਚ इलैक्ट्रॉन डोनेटिंग इफैक्ट ਵੀਕ ਹੈ, ਜਿਸ ਵਜ੍ਹਾ ਕਰਕੇ ਬੈਂਜ਼ੋਇਕ ਐਸਿਡ ਦੇ ਵਿੱਚ ਆਕਸੀਜਨ ਦੇ ਉੱਪਰ ਇਲੈਕਟ੍ਰੋਨ ਡੈਂਸਿਟੀ ਜਿਹੜੀ ਆ ਉਹ ਬਹੁਤ ਜ਼ਿਆਦਾ ਅਮਾਊਂਟ 'ਚ ਨਹੀਂ ਇੰਕਰੀਜ਼ ਹੁੰਦੀ। ਬਟ ਇਹੋ ਜਿਹੀ ਚੀਜ਼ ਐਕਰਾਈਲਿਕ ਐਸਿਡ 'ਚ ਨਹੀਂ ਆਉਂਦੀ ਰਾਜੇ। ਹਾਲਾਂਕਿ ਐਕਰਾਈਲਿਕ ਐਸਿਡ ਦੇ ਵਿੱਚ ਵੀ ਰੈਜ਼ੋਨੈਂਸ ਹੁੰਦੀ ਹੈ ਰਾਜੇ, ਠੀਕ ਹੈ, ਇਹ 'ਚ ਵੀ ਰੈਜ਼ੋਨੈਂਸ ਪੋਸੀਬਲ ਹੈਗੀ ਆ ਐਕਰਾਈਲਿਕ ਐਸਿਡ ਦੇ ਵਿੱਚ। ਆ ਦੇਖੋ, ਇਹ ਤਾਂ ਰੈਜ਼ੋਨੈਂਸ ਇਹ 'ਚ ਵੀ ਹੋ ਸਕਦੀ ਹੈ। ਆ ਦੇਖੋ, ਰੈਜ਼ੋਨੈਂਸ ਇਹ 'ਚ ਵੀ ਪੋਸੀਬਲ ਹੈ, ਠੀਕ ਹੈ। ਬਟ ਇਹ ਰੈਜ਼ੋਨੈਂਸ ਦੇ ਦੇਖੋ, ਇਹ ਵੀ ਰੈਜ਼ੋਨੈਂਸ ਦੇ ਕਾਰਨ ਕੀ ਹੋ ਰਿਹਾ, ਇੱਧਰ ਕੀ ਆ ਰਹੀ ਹੈ, ਇਲੈਕਟ੍ਰੋਨੈਸਿਟੀ ਆ ਰਹੀ ਹੈ, ਇੱਧਰ ਤੋਂ ਕਿਹਦੇ ਕੋਲ ਜਾਣੀ ਹੈ, ਆਕਸੀਜਨ ਦੇ ਕੋਲ, ਠੀਕ ਹੈ। ਤਾਂ ਲੇਕਿਨ ਇਹਦੇ ਵਿੱਚ ਕੋਈ ਐਵੇਂ ਐਰੋਮੈਟਿਕ ਕਰੈਕਟਰ ਵਾਲਾ ਕੰਸੈਪਟ ਨਹੀਂ ਹੈਗਾ। ਤਾਂ ਇਟ ਮੀਨਸ ਇਹਦੇ ਵਿੱਚ ਇਲੈਕਟ੍ਰੋਨ ਡੋਨੇਟਿੰਗ ਇਫੈਕਟ ਐਕਰਾਈਲਿਕ ਐਸਿਡ ਦੇ ਵਿੱਚ ਜ਼ਿਆਦਾ ਸਟਰੋਂਗ ਹੈ, ਪਰ ਇਹਦੇ ਵਿੱਚ ਇਲੈਕਟ੍ਰੋਨ ਡੋਨੇਟਿੰਗ ਇਫੈਕਟ ਇੰਨਾ ਸਟਰੋਂਗ ਨਹੀਂ ਹੈਗਾ। ਔਰ ਜੇ ਰਾਜੇ ਇਲੈਕਟ੍ਰੋਨ ਡੋਨੇਟਿੰਗ ਇਫੈਕਟ ਜ਼ਿਆਦਾ ਸਟਰੋਂਗ ਹੁੰਦਾ ਤਾਂ ਐਸਿਡਿਕ ਸਟਰੈਂਥ ਘਟਦੀ ਹੁੰਦੀ ਆ। ਇਲੈਕਟ੍ਰੋਨ ਰਿਲੀਜ਼ਿੰਗ ਗਰੁੱਪ ਆਪਾਂ ਪਿਛਲੇ ਲੈਕਚਰ 'ਚ ਪੜ੍ਹਿਆ ਸੀ, ਇਲੈਕਟ੍ਰੋਨ ਰਿਲੀਜ਼ਿੰਗ ਗਰੁੱਪ ਐਸਿਡਿਕ ਸਟਰੈਂਥ ਨੂੰ ਘਟਾਉਂਦੇ ਨੇ, ਠੀਕ ਹੈ, ਵਿਡਰਾਇੰਗ ਵਧਾਉਂਦੇ ਨੇ। ਪਰ ਇਹਦੇ ਵਿੱਚ ਆਪਾਂ 2 ਇਲੈਕਟ੍ਰੋਨ ਡੋਨੇਟਿੰਗ ਗਰੁੱਪ ਕੰਪੇਅਰ ਕਰ ਲਏ, 2 ਇਲੈਕਟ੍ਰੋਨ ਡੋਨੇਟਿੰਗ, ਠੀਕ ਹੈ। ਇਹਦੇ ਵਿੱਚ ਇਲੈਕਟ੍ਰੋਨ ਡੋਨੇਟਿੰਗ ਇਫੈਕਟ ਘੱਟ ਹੈ, ਘੱਟ ਸਟਰੋਂਗ ਹੈ, ਇਹ 'ਚ ਜ਼ਿਆਦਾ ਸਟਰੋਂਗ ਹੈ, ਜਿਸ ਵਜ੍ਹਾ ਕਰਕੇ ਦੋਨੋਂ sp2 ਹੋਣ ਦੇ ਬਾਵਜੂਦ ਵੀ ਬੈਂਜ਼ੋਇਕ ਐਸਿਡ ਦੀ ਐਸਿਡਿਕ ਸਟਰੈਂਥ ਜ਼ਿਆਦਾ ਹੁੰਦੀ ਹੈ, ਕਿਉਂਕਿ ਇਲੈਕਟ੍ਰੋਨ ਡੋਨੇਟਿੰਗ ਇਫੈਕਟ ਘੱਟ ਹੋਣ ਕਰਕੇ ਇਹ ਆਕਸੀਜਨ ਦੇ ਉੱਪਰ ਇਲੈਕਟ੍ਰੋਨ ਸੀ ਉਨੀ ਨਹੀਂ ਵੱਧਦੀ, ਔਰ ਇਹਦੇ ਵਿੱਚ ਵੱਧ ਜਾਂਦੀ ਹੈ, ਜਿਸ ਵਜ੍ਹਾ ਕਰਕੇ ਇਹ 'ਚੋਂ H ਪੋਜ਼ੀਟਿਵ ਜਲਦੀ ਨਿਕਲਦਾ, ਇਹ 'ਚੋਂ ਥੋੜ੍ਹਾ ਲੇਟ ਨਿਕਲਦਾ ਹੈ। That's why benzoic acid stronger acid than acrylic or acetic acid। ਹੁਣ ਅਗਰ ਰਾਜੇ ਮੈਨੂੰ ਇਸ ਤਰ੍ਹਾਂ ਕਿਹਾ ਜਾਏ ਕਿ ਹੁਣ ਦੇਖੋ, ਮੈਂ ਜਿਹੜਾ ਦੂਸਰਾ ਕੇਸ ਸੀ ਉਹ ਐਕਸਪਲੇਨ ਕਰਦਾ ਪ੍ਰੋਪਾਇਓਨਿਕ ਵਾਲਾ, ਉਹ ਤਾਂ ਸਿੰਪਲ ਸੀ, ਆਪਾਂ ਥੋੜ੍ਹਾ ਚੇਂਜ ਕਰ ਦਿੰਦੇ ਹਾਂ। ਅਗਰ ਮੈਨੂੰ ਇਹ ਕਿਹਾ ਜਾਏ ਕਿ ਜਿਹੜਾ COOH ਹੈ, ਠੀਕ ਹੈ, ਉਹ ਕਿਸੇ ਐਸੀਟਾਈਲਿਨਿਕ ਬੌਂਡ ਦੇ ਨਾਲ ਜੁੜਿਆ ਹੋਇਆ। ਐਸੀਟਾਈਲਿਨਿਕ ਬੌਂਡ ਦਾ ਮਤਲਬ ਹੁੰਦਾ ਟ੍ਰਿਪਲ ਬੌਂਡ, ਠੀਕ ਹੈ, ਜੋ ਇਹ ਹੈ, ਜਿਵੇਂ ਆਪਾਂ ਕਹੀਏ ਵੀ ਆਹ ਚੀਜ਼ ਹੋ ਗਈ ਇਸ ਤਰ੍ਹਾਂ ਬੇਟਾ, ਜਿਵੇਂ ਇਸ ਤਰ੍ਹਾਂ ਅੱਗੇ ਕੋਈ ਵੀ ਕੰਪਾਊਂਡ ਜਿਵੇਂ ਇਹ ਹੈ, ਠੀਕ ਹੈ, ਇੱਥੇ ਆ ਲਾ ਲਓ। ਜੇ ਮੈਨੂੰ ਕਿਹਾ ਜਾਏ ਕਿ ਜਿਹੜਾ COH ਹੈ ਉਹ ਐਸੀਟਾਈਲਿਨਿਕ ਬੌਂਡ ਨਾਲ ਜੁੜਿਆ ਹੋਇਆ, ਇਹਦਾ ਮਤਲਬ ਐਕਚੁਅਲੀ ਹੁੰਦਾ ਹੈਗਾ ਵੀ ਜਿਹੜੀ ਐਸੀਟਾਈਲਿਨਿਕ ਕਾਰਬਨ ਹੈ, ਟ੍ਰਿਪਲੀ ਬੌਂਡਡ ਕਾਰਬਨ ਹੈ, ਹੁਣ ਇਹ SP ਹੈ, ਇਹਦੀ ਜਿਹੜੀ ਐਸਿਡਿਕ ਸਟਰੈਂਥ ਹੈ ਜੀ, ਇਸ ਕੰਪਾਊਂਡ ਦੀ ਐਸਿਡਿਕ ਸਟਰੈਂਥ ਕਿਹਦੇ ਨਾਲੋਂ ਜ਼ਿਆਦਾ ਆ, ਬੈਂਜ਼ੋਇਕ ਐਸਿਡ ਨਾਲੋਂ ਵੀ ਜ਼ਿਆਦਾ ਹੁੰਦੀ ਹੈ, ਐਕਰਾਈਲਿਕ ਨਾਲੋਂ ਵੀ ਜ਼ਿਆਦਾ ਹੁੰਦੀ ਹੈ, ਐਸਟਿਕ ਨਾਲੋਂ ਵੀ ਜ਼ਿਆਦਾ ਹੁੰਦੀ ਹੈ, ਪ੍ਰੋਪਾਇਓਨਿਕ ਨਾਲੋਂ ਵੀ ਜ਼ਿਆਦਾ ਹੁੰਦੀ ਹੈ, ਜਿਹੜਾ ਆਪਾਂ ਪਹਿਲੇ ਨੰਬਰ 'ਤੇ ਲਿਖਿਆ SP3 ਵਾਲਾ ਹੀ ਸੀ ਉਹ ਵੀ, ਠੀਕ ਹੈ। ਇਹ ਐਕਚੁਅਲੀ ਐਸਿਡ ਹੈ ਕਿਹੜਾ, ਇਹ ਐਸਿਡ ਦਾ ਨਾਮ ਹੈ prop2A, YNE ਦਾ E ਮੈਂ ਕੱਟ ਦੂੰਗਾ ਰਾਜੇ, ਠੀਕ ਹੈ। 1 ਐਸਿਡ ਜਾਂ 1 ਮੇਰੀ ਮਰਜ਼ੀ ਹੈ, ਮੈਂ ਨਾ ਲਿਖਾਂ, ਸਿੱਧਾ ਹੀ ਲਿਖ ਦਿੰਦਾ, ਤੇ ਇਹ ਵਾਲਾ ਇਹ ਐਸਿਡ ਦੀ ਐਸਿਡਿਕ ਸਟਰੈਂਥ ਬਿਕੋਜ਼ ਇਹ SP ਹਾਈਬ੍ਰਿਡਾਈਜ਼ਡ ਕਾਰਬਨ ਨਾਲ ਜੁੜਿਆ ਹੋਇਆ, ਠੀਕ ਹੈ। ਔਰ ਇਹਦੀ ਇਲੈਕਟ੍ਰੋਨ ਡੋਨੇਟਿੰਗ ਇਫੈਕਟ ਸਭ ਤੋਂ ਵੀਕ ਹੈ SP ਦਾ, ਕਿਉਂਕਿ ਇਹਦੀ ਇਲੈਕਟ੍ਰੋਨ ਐਕਟੀਵਿਟੀ ਜ਼ਿਆਦਾ ਹੈ, ਠੀਕ। ਔਰ ਹੁਣ ਆਪਾਂ ਇਹਨੂੰ ਅੱਗੇ ਹੋਰ ਨਾਲ ਵੀ ਕੰਪੇਅਰ ਕਰਦੇ ਹਾਂ ਬੇਟਾ, ਠੀਕ ਹੈ ਰਾਜੀ। ਪਰ ਜੀ ਇਹ ਗੱਲ ਦਾ ਧਿਆਨ ਰੱਖਣਾ ਕਿ ਬੈਂਜ਼ੋਇਕ ਐਸਿਡ ਇਜ਼ ਇਹਦੇ ਨਾਲ ਤਾਂ ਵੀਕਰ ਹੈਗਾ ਹੀ ਹੈਗਾ ਰਾਜੀ, benzoic acid is weaker acid than formic acid। benzoic acid formic acid ਨੂੰ ਵੀਕਰ ਹੁੰਦਾ, ਪਰ ਕਿਉਂਕਿ ਰਾਜੀ ਆਪਾਂ ਕਿਹਾ ਵੀ benzoic acid ਐਸਟਿਕ ਐਸਿਡ ਨਾਲੋਂ ਸਟਰੋਂਗਰ ਹੈ, ਕਿਉਂਕਿ ਉਹਦੇ ਵਿੱਚ ਜਿਹੜਾ benzoic acid ਉਹਦੇ 'ਚ ਰਿੰਗ ਦਾ ਇਲੈਕਟ੍ਰੋਨ ਡੋਨੇਟਿੰਗ ਇਫੈਕਟ ਘੱਟ ਹੈ, ਪਰ ਐਸਟਿਕ ਐਸਿਡ ਦੇ ਵਿੱਚ ਪਲੱਸ ਸਾਈਡ ਇਫੈਕਟ ਹੈਗਾ ਮਿਥਾਈਲ ਦਾ, ਜਿਸ ਵਜ੍ਹਾ ਕਰਕੇ ਉਹਦੀ ਐਸਿਡਿਕ ਸਟਰੈਂਥ ਘੱਟ ਹੈ। ਬਟ ਰਾਜੇ ਜਿਹੜਾ ਨਾ ਫਾਰਮਿਕ ਐਸਿਡ ਹੁੰਦਾ ਉਹਦੇ ਵਿੱਚ ਤਾਂ ਰਾਜੇ ਹੁੰਦਾ ਹੀ ਨਹੀਂ ਬਿਲਕੁਲ ਵੀ, ਇਲੈਕਟ੍ਰੋਨ ਡੋਨੇਟਿੰਗ ਇਫੈਕਟ ਬਿਲਕੁਲ ਵੀ ਨਹੀਂ ਹੁੰਦਾ ਹੈਗਾ, ਕਿਉਂਕਿ ਉਹਦੇ ਵਿੱਚ ਕੀ ਲੱਗਿਆ ਹੋਇਆ,
ਐਚ ਲੱਗਿਆ ਹੋਇਆ, ਐਚ ਦਾ ਤਾਂ ਇੰਡਕਟਿਵ ਇਫੈਕਟ ਕਿੰਨਾ 0। ਸੋ ਇਹ ਧਿਆਨ 'ਚ ਰੱਖਣਾ, ਬੈਂਜ਼ੋਇਕ ਐਸਿਡ ਇਜ਼ ਵੀਕਰ ਐਸਿਡ ਦੈਨ ਫਾਰਮਿਕ ਐਸਿਡ ਪਰ ਸਟਰੋਂਗਰ ਐਸਿਡ ਦੈਨ ਐਸਟਿਕ ਐਸਿਡ। ਬਾਕੀ ਇਹਦੇ ਨੂੰ ਵੀਕਰ ਤਾਂ ਹੈਗਾ ਹੀ ਹੈਗਾ ਰਾਜੇ, ਉਹ ਤਾਂ ਆਪਾਂ ਦੱਸ ਦਿੱਤਾ ਹਾਈਬ੍ਰਿਡੇਸ਼ਨ ਕਰਕੇ। ਠੀਕ ਹੈ। ਤਾਂ ਹੁਣ ਰਾਜੇ ਨਾ ਮੈਂ ਕੁਛ ਤੁਹਾਨੂੰ, ਜਿਵੇਂ ਇੱਕ ਤਾਂ ਪਹਿਲਾਂ ਇੱਕ ਕੁਐਸਚਨ ਕਰਵਾਉਣਾ ਤੁਹਾਨੂੰ, ਕਿਉਂਕਿ ਇੱਕ ਜਿਵੇਂ ਜਿਵੇਂ ਪੇਪਰ 'ਚ ਮਤਲਬ ਇੱਕ ਨੰਬਰ ਦੇ ਕਈ ਵਾਰੀ ਆ ਜਾਂਦੇ ਨੇ, ਵੀ ਆ ਜਾਂਦਾ ਹੈਗਾ ਹਾਊ ਵਿਲ ਯੂ ਪ੍ਰਿਪੇਅਰ, ਇਸ ਕੰਪਾਊਂਡ ਦਾ ਰਾਜੇ ਨਾਮ ਥੋੜ੍ਹਾ ਜਿਹਾ ਵੱਡਾ ਨਾਮ ਹੈ ਇਹ, ਇੱਥੇ ਲਿਖ ਦਿੰਦੇ ਹਾਂ ਚਲੋ ਆਪਾਂ, ਹੈਕਸਾ ਮਿਥਾਈਲੀਨ ਟੈਟਰਾਅਮੀਨ। ਹਾਊ ਵਿਲ ਯੂ ਪ੍ਰਿਪੇਅਰ, ਇਕੱਠਾ ਹੀ ਨਾਮ ਹੈ, ਹੈਕਸਾ ਮਿਥਾਈਲੀਨ ਥੋੜੀ ਸਪੇਸ ਟੈਟਰਾਮੀਨ, ਹੈਕਸਾ ਮਿਥਾਈਲੀਨ ਟੈਟਰਾਮੀਨ। ਇਹ ਕਿਵੇਂ ਬਣੂਗਾ? ਦੇਖੋ ਬਣਤਰ ਅਜੇ ਇਹ ਕੁਝ ਵੀ ਨਹੀਂ ਹੈਗਾ, ਬਣਤਾ ਇਹ 2 ਮਿੰਟ 'ਚ ਜਾਣਾ, ਇਹ 'ਚ ਇੱਕ ਦਿੱਕਤ ਹੈ ਬਸ, ਇਹਦਾ ਫਾਰਮੂਲਾ ਅਜੇ ਪਤਾ ਹੋਣਾ ਚਾਹੀਦਾ ਹੈ, ਹੈਕਸਾ ਮਿਥਾਈਲੀਨ ਟੈਟਰਾਅਮੀਨ। ਸੋ ਹੈਕਸਾ ਮਿਥਾਈਲੀਨ, ਮਿਥਾਈਲੀਨ ਗਰੁੱਪ ਕਿਹੜਾ ਹੁੰਦਾ ਰਾਜੇ? ਮਿਥਾਈਲੀਨ ਗਰੁੱਪ ਹੁੰਦਾ ਇਹ ਵਾਲਾ, ਠੀਕ ਹੈ। ਹੈਕਸਾ ਮੀਨਸ 6 ਵਾਰ, ਟੈਟਰਾਅਮੀਨ ਇਹ ਐ ਲਾਣਾ ਹੁੰਦਾ, ਹੈਕਸਾ ਮਿਥਾਈਲੀਨ ਟੈਟਰਾਅਮੀਨ, ਮਤਲਬ ਜਿਹੜੇ ਇਹਦੇ ਵਿੱਚ 6 ਮਿਥਾਈਲੀਨ ਨੇ, ਉਹ 4 ਇੱਕ ਤਰ੍ਹਾਂ ਦੇ ਅਮੀਨ ਗਰੁੱਪ ਦੇ ਨਾਲ ਨੇ, ਉਹ ਅਮੀਨ ਨਹੀਂ ਹੈਗਾ, N4 ਲੱਗੇ ਹੋਏ ਨੇ, ਠੀਕ ਹੈ। ਸੋ ਹੁਣ ਇਹਦੇ ਵਿੱਚ ਧਿਆਨ ਨਾਲ ਦੇਖੋ ਰਾਜੇ, ਦੇਖੋ ਬਹੁਤ ਧਿਆਨ ਨਾਲ ਓਬਜ਼ਰਵ ਕਰੋ, ਤੁਹਾਨੂੰ ਇਹਨਾਂ ਦੇ ਰਿਐਕਟੈਂਟਸ ਪਤਾ ਲੱਗ ਜਾਣਗੇ ਰਾਜੇ, ਠੀਕ ਹੈ। ਰਿਐਕਟੈਂਟਸ ਆਪਾਂ ਨੂੰ ਪਤਾ ਲੱਗ, ਜਿਵੇਂ ਅਮੀਨ ਤਾਂ ਵੀ ਉਹ ਵੀ ਹੁੰਦੀ ਹੈ ਨਾ, ਜਿਵੇਂ ਆਪਾਂ ਕਹਿੰਦੇ ਹਾਂ CH3 ਥਰਾਈਸ N, ਉਹ ਵੀ ਅਮੀਨ ਹੀ ਹੈ ਰਾਜੇ, ਤੇ ਇਹ ਵੀ ਉਹੀ ਹੈਗਾ, ਟੈਟਰਾ ਅਮੀਨ ਮੀਨਸ 4 ਵਾਰ। ਹੁਣ ਇਹਦੇ ਨਾ ਰਿਐਕਟੈਂਟ ਲੱਭਣੇ ਬਹੁਤ ਸੌਖੇ ਨੇ ਰਾਜੇ, CH2 ਔਰ N4। ਹੁਣ CH2 ਰਾਜੇ ਦੇਖੋ ਐ, CH2 ਕਿਸੇ ਤੋਂ ਆਊਗਾ ਨਾ ਰਾਜੇ ਗਰੁੱਪ ਇਹ, ਔਰ ਇਹ ਗਰੁੱਪ ਜੇ ਕਿਸੇ ਤੋਂ ਆਊਗਾ ਤਾਂ ਕੋਈ ਸਾਈਡ ਪ੍ਰੋਡਕਟ ਵੀ ਉਰੇ ਆਊਗਾ, ਉਹ ਆਪਾਂ ਬਾਅਦ 'ਚ ਲਿਖਾਂਗੇ। ਤਾਂ ਸਭ ਤੋਂ ਕਾਮਨ ਰਾਜੇ ਕੰਪਾਊਂਡ ਆਪਾਂ ਉਹ ਸੁਣਿਆ ਹੈਗਾ CH2, ਜਿੱਥੇ ਵੀ ਸਾਨੂੰ ਇਹ ਗਰੁੱਪ ਚਾਹੀਦਾ ਹੁੰਦਾ ਨਾ ਮਿਥਾਈਲੀਨ ਕੈਮਿਸਟਰੀ ਦੇ ਵਿੱਚ, ਇਹ ਗਰੁੱਪ ਹਮੇਸ਼ਾ ਇਸ ਕੰਪਾਊਂਡ ਤੋਂ ਆਉਂਦਾ ਹੁੰਦਾ, ਇਸ ਕੰਪਾਊਂਡ ਤੋਂ CH2O। ਹੁਣ ਸੋਚਣ ਵਾਲੀ ਗੱਲ ਹੈ ਵੀ ਇਹ ਕੰਪਾਊਂਡ ਹੈ ਕਿਹੜਾ, ਪਰ ਕਾਮਨ ਇਹ ਕਿ ਰਾਜੇ ਕੰਪਾਊਂਡ ਆਪਾਂ ਕਾਫੀ ਵਾਰ ਸੁਣਿਆ, ਐਕਚੁਅਲੀ ਇਹ ਕੰਪਾਊਂਡ ਹੈਗਾ ਫਾਰਮਲਡੀਹਾਈਡ HCHO, ਉਹਨੂੰ ਮੈਂ ਇਕੱਠਾ ਕਰਕੇ ਲਿਖਤਾ CH2O, ਠੀਕ ਹੈ। ਕਿੰਨੇ ਚਾਹੀਦੇ ਨੇ ਮਿਥਾਈਲੀਨ? 6 ਚਾਹੀਦੇ ਨੇ, ਤਾਂ ਪੂਰੇ 6 CH2O ਲਵਾਂਗੇ, 6 CH2O ਦਾ ਮਤਲਬ 6 HCHO ਲਵਾਂਗੇ, ਇਹ ਸਾਨੂੰ ਮਿਥਾਈਲੀਨ ਦਊਗਾ। ਪਰ ਇਹ H ਜਿਹੜੇ O ਨੇ ਜਿਹੜੇ, ਉਹ ਵੀ ਕਿਸੇ ਨਾਲ ਬਾਹਰ ਜਾਣਗੇ, ਜਿਹੜਾ ਅਮੀਨ ਸਾਨੇ ਲੈਣਾ ਉਹ ਐਮੋਨੀਆ ਤੋਂ ਲੈਣਾ ਰਾਜੇ। ਕਿੰਨੇ ਚਾਹੀਦੇ ਨੇ? N4, ਓਕੇ। 6 ਆਕਸੀਜਨ, 12 ਹਾਈਡਰੋਜਨ। ਸੋ ਆਕਸੀਜਨ ਤੇ ਹਾਈਡਰੋਜਨ ਕਿਹੜੇ ਸਾਈਡ ਪ੍ਰੋਡਕਟਸ 'ਚ ਬਾਹਰ ਜਾਣਗੇ? ਵਾਟਰ। ਤਾਂ ਇਹ ਕੰਪਾਊਂਡ ਬਣ ਜਾਊਗਾ। ਇਹ ਕੁਐਸਚਨ ਕਿਉਂ ਇੰਨਾ ਆਪਾਂ ਇੰਨਾ ਸਟ੍ਰੈਸ ਦੇ ਕੇ ਕਰ ਰਹੇ ਹਾਂ? ਬਿਕੋਜ਼ ਇਹ ਜਿਹੜਾ ਕੰਪਾਊਂਡ ਹੈ ਜਿਹਨੂੰ ਮੈਂ, ਇਹ ਕੰਪਾਊਂਡ ਬਣ ਗਿਆ ਹੈਕਸਾ ਮਿਥਾਈਲੀਨ ਟੈਟਰਾਮੀਨ, ਉਹ ਤਾਂ ਤੁਸੀਂ ਨੀਚੇ ਲਿਖ ਹੀ ਲਈ ਹੋ, ਪਰ ਮੈਂ ਇਹਦਾ ਇੱਕ ਕਮਰਸ਼ੀਅਲ ਨੇਮ ਲਿਖਦਾ ਰਾਜੇ। ਇਸ ਕੰਪਾਊਂਡ ਨੂੰ ਕਹਿੰਦੇ ਨੇ ਯੂਰੋਟ੍ਰੋਪਿਨ। ਟ੍ਰੋਪੀਨ ਜਿਹੜਾ ਵਰਡ ਹੈ ਉੱਥੇ ਲੱਗਦਾ ਹੁੰਦਾ ਜਦੋਂ ਕੋਈ ਚੀਜ਼ ਮੈਡੀਸਨਲ ਪਰਪਸ ਲਈ ਯੂਜ਼ ਹੋਵੇ, ਟ੍ਰੋਪੀਨ ਜਿਹੜਾ ਵਰਡ ਹੈ। ਔਰ ਯੂਰੋ ਜਿਹੜਾ ਵਰਡ ਹੈਗਾ ਉਹ ਤਾਂ ਲੱਗਿਆ ਹੋਇਆ ਇਹਦੇ ਵਿੱਚ ਬਿਕੋਜ਼ ਯੂਰੋਟ੍ਰੋਪਿਨ ਇਹਦਾ ਨਾਮ ਤਾਂ ਰੱਖਿਆ ਬਿਕੋਜ਼ ਇਟ ਇਜ਼ ਯੂਜ਼ਡ ਇਨ ਦੀ ਟਰੀਟਮੈਂਟ ਆਫ ਯੂਰੀਨਰੀ ਇਨਫੈਕਸ਼ਨਸ। ਯੂਰੀਨਰੀ ਇਨਫੈਕਸ਼ਨਸ ਦੀ ਟਰੀਟਮੈਂਟ ਦੇ ਵਿੱਚ ਇਹਨੂੰ ਐਜ਼ ਅ ਮੈਡੀਸਨ ਦੇ ਤੌਰ 'ਤੇ ਯੂਜ਼ ਕਰਦੇ ਨੇ, ਇਸ ਕਰਕੇ ਇਹਦਾ ਨਾਮ ਰੱਖਿਆ ਹੈ ਯੂਰੋਟ੍ਰੋਪਿਨ, ਹੈਕਸਾ ਮਿਥਾਈਲੀਨ ਟੈਟਰਾਅਮੀਨ ਦਾ, ਠੀਕ ਹੈ। ਸੋ ਵਾਈ ਇਟ ਇਜ਼ ਕਾਲਡ ਯੂਰੋਟ੍ਰੋਪਿਨ? because it is
used as a medicine in the treatment of urinary infections। ਇਸ ਕਰਕੇ ਇਹਦਾ ਨਾਮ ਯੂਰੋਟ੍ਰੋਪਿਨ ਰੱਖਤਾ ਰਾਜੇ। ਠੀਕ ਹੈ, ਇਹਦੀ ਸਟਰਕਚਰ ਵੀ ਰਾਜੇ ਬਹੁਤ ਸੌਖੀ ਆ ਬਣਾਉਣੀ। ਮੈਂ ਤੁਹਾਨੂੰ ਇੱਕ ਤਰੀਕੇ ਨਾਲ ਬਣਵਾਉਣਾ। ਇਹਦੀ ਸਟਰਕਚਰ ਹੈ, ਤੁਸੀਂ ਐਂ ਬਣਾ ਸਕਦੇ ਹੋ। ਤੁਸੀਂ ਨਾ ਐਵੇਂ ਲਿਖ ਲਓ 1 2 3, 1 ਐਨ ਵਿੱਚ ਲਿਖ ਲਓ। ਜਿਹੜੇ 4 ਐਨ ਨੂੰ ਐਵੇਂ ਲਿਖ ਲਓ 1 2 3, 1 ਵਿੱਚ ਸੈਂਟਰ 'ਚ। ਕੋਈ ਵੀ ਐਨ ਤੁਸੀਂ ਆਪਸ 'ਚ ਨਹੀਂ ਜੋੜਨਾ, ਸਾਰੇ ਐਨ ਤੁਸੀਂ CH2 ਨਾਲ ਜੋੜ ਦਿਓ, ਤੁਹਾਡੀ ਸਟਰਕਚਰ ਆਪਣੇ ਬਣ ਜਾਊਗੀ। ਆ ਦੇਖੋ CH2 CH2, ठीक है। ऐसे तरह ही वाला राजे CH2, ऐसे तरह ही वाला CH2, ऐसे तरह ही वाला CH2, ऐसे तरह ही वाला CH2। ये स्ट्रक्चर बन गई राजे। ठीक है, तो ये स्ट्रक्चर 6 CH2 के चाहे इनू कहते स्ट्रक्चर बन गई यूरोट्रोपिन दी। ओके, तो एक चीज़ मैं थोड़ा जस्ट एक नॉलेज लिए दस रहा राजे, जस्ट फॉर नॉलेज। वो यही है भी जे असी यूरोट्रोपिन दी नाइट्रेशन कर दीए तो ਜਿਹੜਾ कंपाउंड बनता हैगा ਉਹਨੂੰ ਕਹਿੰਦੇ ਨੇ RDX। ठीक है, जो कि एक्सप्लोजिव ਹੁੰਦਾ ਹੈਗਾ। ਇਹ ਸਿਰਫ ਨੌਲੇਜ ਲਈ ਦੱਸ ਰਿਹਾ ਤੁਹਾਨੂੰ ਮੈਂ। नाइट्रेशन वर्ड बहुत कॉमन है जी, पर बहुत पढ़िया। नाइट्रेशन ऑफ यूरोट्रोपिन gives a compound called RDX। ਇਹ ਆਪਾਂ ਲੈਕਚਰ 'ਚ ਪਹਿਲਾਂ ਵੀ ਪੜ੍ਹਿਆ ਹੋਇਆ। ਇਸ ਦੀ ਫੁੱਲ ਫਾਰਮ ਇੱਕ ਤੁਸੀਂ ਵੀ ਮੈਨੂੰ ਦੱਸੀ ਸੀ, ਉਹ ਤੁਹਾਨੂੰ ਯਾਦ ਹੈ। ਉਹ ਵੀ ਰਿਸਰਚ ਐਂਡ ਡਿਵੈਲਪਮੈਂਟ ਐਕਸਪਲੋਸਿਵ। ਠੀਕ ਹੈ, ਉਹ ਐਕਸ ਹੁੰਦਾ ਪਰ ਪੜ੍ਹਦੇ ਨੂੰ ਐਕਸਪਲੋਸਿਵ ਹੀ ਨੇ। ਰਿਸਰਚ ਐਂਡ ਡਿਵੈਲਪਮੈਂਟ ਐਕਸਪਲੋਸਿਵ, ਇਟ ਇਜ਼ ਪਾਵਰਫੁਲ ਦੈਨ TNT। ਇੱਕ TNT ਐਕਸਪਲੋਜ਼ਨ ਹੁੰਦਾ ਟਰਾਈ ਨਾਈਟ੍ਰੋਟੋਲਿਨ, ਉਹਦੇ ਨਾਲੋਂ ਵੀ ਪਾਵਰਫੁਲ ਹੁੰਦਾ ਹੈ ਜੀ RDX। ਠੀਕ ਹੈ, ਸੋ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਰਾਜੇ। ਇਹ ਵੀ ਇਹਦੇ ਵਿੱਚ ਨਾ ਰਾਜੇ ਕੁਛ ਚੀਜ਼ਾਂ ਨੇ ਨਾ ਜਿਹੜੀਆਂ, ਕੁਛ ਇਹਦੇ ਵਿੱਚ ਨਾ ਐਕਸੈਪਸ਼ਨਲ ਕੁਐਸਚਨਸ ਵੀ ਹੈਗੇ ਨੇ। ਠੀਕ ਹੈ, ਲੇਕਿਨ ਉਹ ਮੈਂ ਹਜੇ ਸ਼ੁਰੂ ਨਹੀਂ ਕਰਦਾ। ਉਹ ਤੋਂ ਪਹਿਲਾਂ ਆਪਾਂ ਐਂਡ ਜਿਹੜਾ ਕਰਦੇ ਹਾਂ ਉਸੇ ਤਰ੍ਹਾਂ ਕਰਦੇ ਜਿਵੇਂ ਲਾਸਟ ਆਪਾਂ ਪ੍ਰੀਵੀਅਸ ਲੈਕਚਰ ਕੀਤਾ। ਆਪਾਂ ਇੱਕ ਹੋਰ ਸਿੰਪਲ ਜੀ ਇਕੁਏਸ਼ਨ ਕਰਦੇ ਹਾਂ। ਲਾਸਟ ਆਪਾਂ PCl5 ਕੀਤੀ ਸੀ, ਅੱਜ ਵੀ ਆਪਾਂ ਬੜੀ ਸਿੰਪਲ ਜੀ ਇਕੁਏਸ਼ਨ ਕਰਦੇ ਹਾਂ। ਐਕਸ਼ਨ ਆਫ ਉਹ PCl5 ਦਾ ਸੀ, ਅੱਜ ਹੈਗਾ ਐਕਸ਼ਨ ਆਫ ਅਮੀਨਸ ਔਨ। ਠੀਕ ਹੈ, ਅਮੀਨਸ ਮੀਨਸ RNH2, ਐਕਸ਼ਨ ਆਫ ਅਮੀਨਸ ਔਨ ਕਾਰਬੋਨਾਈਲ ਕੰਪਾਊਂਡਸ। ਵੈਸੇ ਪੁਰਾਣਾ ਹੀ ਆ, ਆਪਾਂ ਪੜ੍ਹਿਆ ਹੋਇਆ। ਸੋ ਮੈਂ ਪਹਿਲਾਂ ਤੁਹਾਨੂੰ ਜਨਰਲ ਕਰਕੇ ਦਿਖਾਣਾ। R, ठीक है, RNH2 कार्बोनाइल दैट इज CO। कोई भी कार्बोनाइल देख लो आप केड़ा लेना है, जनरल कोई भी कार्बोनाइल ले लो। फिलहाल मैं कला कार्बोनाइल लै रहा। एल्डिहाइड कीटोन कोई भी हो सकता। तो ये रिएक्शन H पॉजिटिव की प्रेजेंस होंगी है। एसिडिक मीडियम आप पहला ही दसे हुए जिवें अमोनीया डेरीवेटिव करते होंगे ने उवें वो भी H पॉजिटिव होंगे। इतों बेटा वाटर रिमूव, प्रोडक्ट बन जाएगा RN, कुछ इस तरह का प्रोडक्ट बन जाएगा। ठीक है, ये जनरल दसिया, मैं कजे किया नहीं, जनरल दसिया तुहानूं। तो आप कुछ एग्जाम्पल्स भी लैके देख सकते हैं जी। ठीक है, आप कुछ एग्जाम्पल्स लै लैंदे इन्हां दियां। देखो जिवें मर्जी लिख लो, वो तो कोई फर्क नहीं हैगा, है ना। अच्छा मैं कोई कार्बोनाइल कंपाउंड लै लैना बेटा। सपोज मैं चलो एस्टल्डिहाइड लै लैना। अमीन मैं लै लैना इथाइल अमीन लै लैने आपां।
ਸੋ ਇਥਾਈਲਮੀਨ ਕਿਹੜੀ ਹੁੰਦੀ ਹੈਗੀ ਆ C2H5 NH2 ਜਾਂ ਫਿਰ ਖੋਲ ਕੇ ਲਿਖ ਲਓ CH25 ਨੂੰ। ਠੀਕ ਹੈ, ਅਗੇਨ ਕਿਹਦੀ ਪ੍ਰੈਜ਼ੈਂਸ H ਪੋਜ਼ਿਟਿਵ ਇਹ ਗਿਆ ਬਾਹਰ। ਇੱਕ ਪੜ੍ਹਿਆ ਹੋਇਆ ਮੈਂ, ਇਹ ਲਾਸਟ 'ਤੇ ਕਰਾਉਂਦਾ ਹੀ ਹੂੰ ਜਿਹੜੇ ਆਪਾਂ ਪਹਿਲਾਂ ਕੀਤੇ ਹੁੰਦੇ ਨੇ। CH3H ਡਬਲ ਬੌਂਡ N CH2 CH3। ਪ੍ਰੋਡਕਟ ਦਾ ਨੇਮ ਬਣਾਉਣਾ ਬਹੁਤ ਹੀ ਸਿੰਪਲ ਹੈ ਰਾਜੇ। ਠੀਕ ਹੈ, ਇਹ ਹੈਗੀ ਆ ਇਥਾਈਲ ਅਮੀਨ, ਇਹ ਹੈ ਐਸਟਲਡੀਹਾਈਡ। ਓਕੇ, ਸੋ ਇਹਦਾ ਨਾਮ ਇਹ ਗਰੁੱਪ ਲੱਗਿਆ ਹੋਇਆ ਇਹਦੇ ਵਿੱਚ, ਇਹਦਾ ਨਾਮ ਐਵੇਂ ਦੇਣਾ ਹੁੰਦਾ। ਇਥਾਈਲ ਅਮੀਨ ਤਾਂ ਪਿੱਛੇ ਜਿਹੜੀ ਅਮੀਨ ਯੂਜ਼ ਕਰਦੇ ਆ ਉਹਦਾ ਨਾਮ ਪਿੱਛੇ ਰੱਖਣਾ ਹੁੰਦਾ, ਗਰੁੱਪ ਆਪਾਂ ਐਵੇਂ ਯੂਜ਼ ਕਰਾਂਗੇ। CH3CH ਡਬਲ ਬੌਂਡ ਆਪਾਂ ਇਹ ਬਹੁਤ ਵਾਰ ਪੜ੍ਹਿਆ ਵੀ CH3CH2 ਹੁੰਦਾ ਇਥਾਈਲ। ਜੇ ਆਪਾਂ ਇਹਦੇ ਵਿੱਚੋਂ ਇੱਕ H ਹੋਰ ਹਟਾ ਦਈਏ ਤਾਂ ਉਹ CH3CH ਦੋ ਬੌਂਡ ਖਾਲੀ, ਉਹ ਦੋ ਬੌਂਡ ਸਿੰਗਲੀ ਵੀ ਖਾਲੀ ਹੋ ਸਕਦੇ ਨੇ, ਇੱਕ ਡਬਲ ਬੌਂਡ ਦੇ ਤੌਰ 'ਤੇ ਵੀ ਖਾਲੀ ਹੋ ਸਕਦੇ ਨੇ, ਯਾਨੀ ਕਿ ਦੋ ਬੌਂਡ ਐਵੇਂ ਵੀ ਹੋ ਸਕਦੇ ਨੇ CH3CH ਐਵੇਂ, ਇਹਨੂੰ ਵੀ ਕਹਿੰਦੇ ਨੇ ਇਥਾਈਲੀਡੀਨ। CH3CH ਇਹ ਦੋ ਸਿੰਗਲ ਬੌਂਡ ਇੱਕ ਡਬਲ ਦੀ ਫਾਰਮ 'ਚ ਵੀ ਹੋ ਸਕਦੇ, ਇਹਨੂੰ ਵੀ ਕਹਾਂਗੇ ਇਥਾਈਲੀਡੀਨ। ਤੇ ਇਹਦਾ ਨਾਮ ਹੁੰਦਾ ਇਥਾਈਲੀਡੀਨ ਇਥਾਈਲ ਅਮੀਨ। ਇਥਾਈਲੀਡੀਨ ਇਥਾਈਲ ਅਮੀਨ, ਅਮੀਨ ਦਾ ਨਾਂ ਪਿੱਛੇ ਰੱਖਣਾ। ਠੀਕ ਹੈ, ਔਰ ਅਗਰ ਮੈਂ ਰਾਜੇ ਉਰੇ ਇਹ ਤੁਸੀਂ ਆਪਣੇ ਬਣਾ ਕੇ ਦੇਖ ਲਿਓ ਬੇਟਾ, ਅਗਰ ਮੈਂ ਉਰੇ ਇਹਦੀ ਜਗ੍ਹਾ 'ਤੇ ਐਸੀਟੋਨ ਲੈ ਲਾਂ, ਇਹ ਤੁਸੀਂ ਖੁਦ ਕਰਕੇ ਦੇਖਿਓ। ਠੀਕ ਹੈ, ਇੱਧਰ ਮੈਂ ਸਪੋਜ਼ ਇੱਧਰ ਆਪਾਂ ਨੇ ਇਹ ਵਾਲਾ ਲੈ ਲਿਆ ਤਾਂ ਉਹਦੇ ਨਾਲ ਕੋਈ ਫਰਕ ਨਹੀਂ ਹੈਗਾ, ਇੱਧਰ ਚਾਹੇ ਇਹੀ ਰੱਖ ਲਓ, ਇਥਾਈਲ ਅਮੀਨ ਹੀ ਰੱਖ ਲਓ। ਠੀਕ ਹੈ, ਤਾਂ ਇਹ ਤੁਸੀਂ ਦੇਖ ਲਿਓ, ਇਹ ਬਣ ਜਾਊਗਾ ਨਾ, ਮੈਂ ਦੱਸ ਦੇਣਾ ਬਣਾ ਕੇ ਤੁਸੀਂ ਦੇਖ ਲਿਓ, ਆਈਸੋਪ੍ਰੋਪਾਈਲੀਡੀਨ ਇਥਾਈਲ ਅਮੀਨ। ਅਤੇ ਇੱਕ ਮੈਂ ਆਪਾਂ ਹੋਰ ਕਰਕੇ ਦੇਖ ਲੈਂਦੇ ਹਾਂ, ਜਿਵੇਂ ਆਪਾਂ ਕਹੀਏ ਕੋਈ ਐਰੋਮੈਟਿਕ ਦੀ ਆਪਾਂ ਐਗਜ਼ਾਮਪਲ ਲੈ ਕੇ ਦੇਖਦੇ ਹਾਂ। ਠੀਕ ਹੈ, ਐਰੋਮੈਟਿਕ ਦੀ, ਐਰੋਮੈਟਿਕ ਦੇ ਵਿੱਚ ਅਗਰ ਆਪਾਂ ਐਗਜ਼ਾਮਪਲ ਲਈਏ, ਜਿਵੇਂ ਕਿ ਇਹਦੇ ਵਿੱਚ ਹੋ ਗਿਆ ਇਹ ਵਾਲਾ ਹੋ ਗਿਆ ਜਿਵੇਂ। ਠੀਕ ਹੈ, ਇੱਥੇ ਚਲੋ ਆਪਾਂ ਇਹ ਰੱਖ ਲੈਂਦੇ ਹਾਂ, ਚਲੋ ਮੈਂ ਐਸਟਲਡੀਹਾਈਡ ਲੈ ਲਿਆ। ਠੀਕ ਹੈ, ਇੱਧਰ ਮੈਂ ਕੰਸੀਡਰ ਕਰ ਲੈਂਦਾ ਐਨੇਲੀਨ। ਇਸ ਕੰਪਾਊਂਡ ਨੂੰ ਕੀ ਬੋਲਦੇ ਨੇ? ਐਨੇਲੀਨ। ਇਹ ਐਰੋਮੈਟਿਕ ਪ੍ਰਾਇਮਰੀ ਮੀਨ ਹੈ ਐਨੇਲੀਨ। ਦੇਖੋ ਰਿਐਕਸ਼ਨ ਤਾਂ ਰਾਜੀ ਇਹਦੀ ਵੀ ਉਵੇਂ ਹੋਣੀ ਆ, ਅਗੇਨ ਸੇਮ ਵੇ, ਐਂਡ CH3H ਡਬਲ ਬੌਂਡ N। ਸੋ ਬੇਟਾ ਇਹਦਾ ਨਾਮ ਕੀ ਬਣ ਗਿਆ? ਇਹਦਾ ਨਾਮ ਕੀ ਬਣੂਗਾ? ਇਸ ਦਾ ਨਾਮ ਬਣੂਗਾ, ਆ ਦੇਖੋ ਇਹਦਾ ਨੇਮ ਬਣ ਗਿਆ ਇਥਾਈਲੀਡੀਨ ਐਨੇਲੀਨ। ਇਹਦਾ ਨਾਮ ਪਿੱਛੇ ਹੀ ਰਹੂਗਾ ਜੀ, ਇਥਾਈਲੀਡੀਨ ਐਨੇਲੀਨ। ਠੀਕ ਹੈ, ਸੋ ਇਹ ਆਪਣੇ ਤਰੀਕੇ ਦੇ ਨਾਲ ਜੀ ਆਪਾਂ ਬਣਾਈ ਜਾਣਾ, ਬਣਾ ਰਹੇ ਜੀ ਜਿੰਨਾ ਮਰਜ਼ੀ ਲਓ, ਹੈ ਤਾਂ ਜਿੰਨਾ ਮਰਜ਼ੀ ਕਰੀ ਚਾਹੋ। ਹੁਣ ਮੈਂ ਇਹਦੇ ਨਾਲ ਵੀ ਕਰ ਸਕਦਾ, ਦੇਖੋ C6H5H, ਇਹ ਕੀ ਹੈ? ਬੈਂਜ਼ਲਡੀਹਾਈਡ ਹੈ। C6H5 ਦੀ ਜਗ੍ਹਾ 'ਤੇ ਤੁਸੀਂ ਰਿੰਗ ਵੀ ਡਰਾ ਕਰ ਸਕਦੇ ਹੋ, ਉਹ ਪੜ੍ਹਿਆ ਹੀ ਹੈ ਰਾਜੇ ਆਪਾਂ ਬਹੁਤ ਵਾਰ। ਅਗੇਨ ਮੈਂ ਇੱਧਰ ਐਨੇਲੀਨ ਲੈ ਲਈ, ਕੁਆਂਟਿਟੀ ਵਧਾਉਣ ਦੇ ਨਾਲ ਕੋਈ ਐ ਨਹੀਂ ਵੀ ਆਪਾਂ ਕੋਈ ਨਵੀਂ ਚੀਜ਼ ਹੈਗੀ, ਆਪਾਂ ਉਸੇ ਨੂੰ ਜਸਟ ਐਗਜ਼ਾਮਪਲਸ ਲੈ ਰਹੇ ਹਾਂ ਡਿਫਰੈਂਟ। ਠੀਕ ਹੈ, ਅਗੇਨ H ਪੋਜ਼ਿਟਿਵ, ਤਾਂ ਕੀ ਬਣ ਗਿਆ ਰਾਜੇ? ਇਹ ਮੈਂ ਤੁਹਾਨੂੰ ਕਹਿੰਦਾ ਇਹ ਜਗ੍ਹਾ 'ਤੇ ਆਪਾਂ ਰਿੰਗ ਵੀ ਲੈ ਸਕਦੇ ਹਾਂ। ਸਪੋਜ਼ ਮੈਂ ਰਿੰਗ ਲੈ ਲੈਂਦਾ, ਹੁਣ ਉਹਦਾ ਕੋਈ ਫਰਕ ਨਹੀਂ ਹੈਗਾ। ਠੀਕ ਹੈ, CH ਡਬਲ ਬੌਂਡ N, ਹਲੋ ਇਹਦਾ ਨਾਮ ਵੀ ਸਿੰਪਲ ਹੀ ਹੈ। ਦੇਖੋ
ਬੈਂਜ਼ੀਨ ਦੇ ਨਾਲ CH2 ਲੱਗਿਆ ਹੋਵੇ ਉਹਨੂੰ ਕਹਿੰਦੇ ਨੇ ਬੈਂਜ਼ਾਈਲ। ਬੈਂਜ਼ੀਨ ਨਾਲ ਕੱਲਾ CH ਲਾ ਦਈਏ 2 ਬੌਂਡ, ਜਾਂ ਤਾਂ ਸਿੰਗਲ ਹੀ ਖਾਲੀ ਛੱਡ ਦਈਏ ਜਾਂ ਇੱਕ ਡਬਲ ਦੀ ਫਾਰਮ 'ਚ, ਉਹਨੂੰ ਕਹਿੰਦੇ ਨੇ ਬੈਂਜ਼ਾਈਲੀਡੀਨ। ਇਹਦਾ ਨਾਂ ਬਣ ਗਿਆ, ਪਹਿਲਾਂ ਵੀ ਦੱਸਿਆ ਮੇਰਾ, ਬੈਂਜ਼ਾਈਲੀਡੀਨ ਐਨਿਲੀਨ। ਜਾਂ ਇਹਦਾ ਇੱਕ ਹੋਰ ਵੀ ਨਾਮ ਹੁੰਦਾ ਜੀ, ਇਹਦਾ ਇੱਕ ਹੋਰ ਵੀ ਨਾਮ ਹੈ ਬੈਂਜ਼ਾਲ ਐਨਿਲੀਨ। ਦੋਨੋਂ ਹੀ ਠੀਕ ਨੇ। ਵੈਸੇ ਤਾਂ ਆਪਾਂ ਇਹ ਜ਼ਿਆਦਾਤਰ ਇਹ ਯੂਜ਼ ਕਰਦੇ ਹਾਂ ਬੈਂਜ਼ਾਈਲੀਡੀਨ ਐਨਿਲੀਨ, ਜਾਂ ਇਹਨੂੰ ਫਿਰ ਆਪਾਂ ਬੈਂਜ਼ਾਲ ਐਨਿਲੀਨ ਵੀ ਬੋਲਦੇ ਹਾਂ। ਇਸ ਤੋਂ ਇਲਾਵਾ ਰਾਜੇ ਮੈਂ ਇੱਕ ਚੀਜ਼ ਤੁਹਾਨੂੰ ਹੋਰ ਦੱਸਣੀ ਇਹਦੇ ਵਿੱਚ ਨਾ ਜਿੰਨੇ ਵੀ ਰਾਜੇ ਪ੍ਰੋਡਕਟ ਬਣਦੇ ਨੇ, ਇਹ ਵੀ ਤੁਸੀਂ ਪ੍ਰੋਡਕਟ ਬਣਾ ਕੇ ਦੇਖਿਓ। ਇਹਦੇ ਵਿੱਚ ਜਿੰਨੇ ਵੀ ਪ੍ਰੋਡਕਟ ਬਣੇ ਨੇ 1 ਜੋ ਤੁਸੀਂ ਉਰੇ ਬਣਾਓਗੇ 2 3 4 ਆਲ ਥੀਸ ਪ੍ਰੋਡਕਟਸ, ਮੈਂ ਕਿਸੇ ਇੱਕ ਦੇ ਨਾਲ ਲਿਖ ਦਿੰਦਾ, ਚਲੋ ਉੱਪਰ ਸਪੇਸ ਹੈਗੀ ਆਪਾਂ ਉਰੇ ਜ਼ਿਆਦਾ ਲਿਖ ਦਿੰਦੇ। ਇਹ ਜਿੰਨੇ ਵੀ ਰਾਜੇ ਕੰਪਾਊਂਡ ਨੇ, ਠੀਕ ਹੈ, ਇਹਨਾਂ ਨੂੰ ਸਾਰਿਆਂ ਨੂੰ ਕਲੈਕਟਿਵਲੀ ਬੋਲਦੇ ਨੇ ਐਜ਼ੋਮੀਥਾਈਨਸ। ਸਾਰੇ ਕੰਪਾਊਂਡਸ ਨੂੰ, ਇਹ ਵੀ ਐਜ਼ੋਮੀਥਾਈਨ ਹੈ, ਇਹ ਵੀ ਐਜ਼ੋਮੀਥਾਈਨ ਹੈ, ਇਹ ਵੀ ਐਜ਼ੋਮੀਥਾਈਨ ਹੈ, ਜੋ ਉਰੇ ਬਣਾਵਾਂਗੇ ਉਹ ਵੀ ਐਜ਼ੋਮੀਥਾਈਨ ਹੈ, ਠੀਕ ਹੈ। ਇਹਨਾਂ ਨੂੰ ਬੋਲਦੇ ਨੇ ਐਜ਼ੋਮੀਥਾਈਨਸ। ਔਰ ਐਜ਼ੋਮੀਥਾਈਨਸ ਨੂੰ ਹੋਰ ਕੀ ਨਾਮ ਨੇ ਐਜ਼ੋਮੀਥਾਈਨਸ ਦੇ? ਐਜ਼ੋਮੀਥਾਈਨਸ ਆਰ ਆਲਸੋ ਕਾਲਡ Schiff's base and also called anil। अनिल नहीं पढ़ना ਇਹਨੂੰ, ਠੀਕ ਹੈ, anil, ਐਜ਼ੋਮੀਥਾਈਨਸ, ਸ਼ਿਫਸ ਬੇਸ ਔਰ एनिल। ਤਾਂ ਇਹ ਸਾਰੇ ਹੀ ਨੇ ਰਾਜੇ ਜਿੰਨੇ ਵੀ ਬਣਨਗੇ, ਠੀਕ ਹੈ। ਸੋ ਇਹ ਧਿਆਨ 'ਚ ਰੱਖਣਾ। ਸੋ ਬਾਕੀ ਰਾਜੇ ਆਪਾਂ ਨੈਕਸਟ ਲੈਕਚਰ 'ਚ ਕਰਾਂਗੇ, ਅੱਜ ਦੇ 'ਚ ਆਪਾਂ ਇੰਨਾ ਹੀ ਕੰਮ ਕਰਨਾ ਹੈਗਾ, ਠੀਕ ਹੈ। ਇਹਨੂੰ ਧਿਆਨ ਨਾਲ ਪੜ੍ਹਨਾ ਰਾਜੇ।